ਤਰਕਸ਼ੀਲ ਸੁਸਾਇਟੀ ਦਾ ਮੈਂ ਉਦੇਸ਼ ਪਹਿਲਾਂ ਦੱਸਣਾ ਚਾਹਾਂਗਾ। ਤਰਕਸ਼ੀਲ ਸੁਸਾਇਟੀ ਦਾ ਉਦੇਸ਼ ਵਹਿਮ ਭਰਮ, ਜਾਦੂ ਟੂਣੇ, ਧਾਗੇ, ਤਵੀਤ, ਕਾਲਾ ਇਲਮ, ਪੁਨਰ ਜਨਮ ਜਿਹੀਆਂ ਗੈਰ ਵਿਗਿਆਨਕ ਗੱਲਾਂ ਨੂੰ ਦੂਰ ਕਰਕੇ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਵਾ ਤੇ ਸਮਾਜਿਕ ਬੁਰਾਈਆਂ ਜਿਵੇਂ ਮਾਦਾ ਭਰੂਣ ਹੱਤਿਆ, ਦਾਜ ਪ੍ਰਥਾ, ਫੋਕੀਆਂ, ਭੈੜੀਆਂ ਰਸਮਾਂ ਰਿਵਾਜਾਂ ਤੇ ਸਮਾਂ ਲੰਘਾ ਚੁੱਕੀਆਂ ਜਿਹੜੀਆਂ ਸਾਡੀਆਂ ਰਵਾਇਤਾਂ ਵਾ ਉਹਨਾਂ ਨੂੰ ਦੂਰ ਕਰਕੇ ਸਮੇਂ ਦੇ ਨਾਲ ਚੱਲਣਾ ਅਤੇ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨਾ ਤਰਕਸ਼ੀਲ ਸੁਸਾਇਟੀ ਦਾ ਮੁੱਖ ਮਕਸਦ। ਚੈਲੰਜ ਕਰਦੇ ਹਾਂ ਹਰ ਵਕਤ 1984 ਤੋਂ ਲੈ ਕੇ ਅੱਜ ਤੱਕ ਸਾਡਾ ਦੁਨੀਆ ਭਰ ਦੇ ਪਖੰਡੀ ਸਾਧਾਂ, ਸੰਤਾਂ ਤੇ ਜੋਸ਼ੀਆਂ ਨੂੰ ਸਿੱਧਾ ਚੈਲੰਜ ਵਾ ਕਿ ਇਹਨਾਂ 23 ਸ਼ਰਤਾਂ ਦੇ ਵਿੱਚੋਂ ਜੇਕਰ ਕੋਈ ਇੱਕ ਵੀ ਸ਼ਰਤ ਪੂਰੀ ਕਰ ਜਾਵੇ ਤਾਂ ਸਾਡੇ ਵੱਲੋਂ ਤਰਕਸ਼ੀਲ ਸੁਸਾਇਟੀ ਦੇ ਵੱਲੋਂ 5 ਲੱਖ ਦਾ ਇਨਾਮ ਆ। ਉਸ 5 ਲੱਖ ਦਾ ਇਨਾਮ ਜਿੱਤਣ ਦੇ ਲਈ ਜਿਹੜੀ ਸਾਡੀ ਪ੍ਰਕਿਰਿਆ ਵਾ ਕਿ 10,000 ਰੁਪਏ ਦੀ ਜ਼ਮਾਨਤ ਦੀ ਰਾਸ਼ੀ ਜਮ੍ਹਾਂ ਕਰਵਾਉਣੀ ਪੈਂਦੀ ਆ ਅਤੇ ਜੇਕਰ ਉਹ ਵਿਅਕਤੀ ਜਿੱਤ ਜਾਵੇ 5 ਲੱਖ ਪਲੱਸ 10,000 ਉਸ ਵਿਅਕਤੀ ਨੂੰ ਦਿੱਤਾ ਜਾਵੇਗਾ। ਕਈ ਲੋਕਾਂ ਦੇ ਘਰਾਂ 'ਚ ਖੂਨ ਦੇ ਛਿੱਟੇ ਵੱਜਦੇ ਆ, ਰੋੜੇ ਵੱਜਦੇ ਆ, ਉਹ ਫਿਰ ਲੋਕ ਜਾ ਕੇ ਸਾਧਾਂ ਦੇ ਘੋੜਿਆਂ 'ਤੇ ਜਾਂਦੇ ਆ, ਪੰਡਤਾਂ ਕੋਲ ਜਾਂਦੇ ਆ, ਉੱਥੇ ਜਾ ਕੇ ਉਪਾਅ ਦੀ ਉਮੀਦ ਰੱਖਦੇ ਆ ਵੀ ਕਿਸ ਤਰ੍ਹਾਂ ਆ ਜਿਹੜੇ ਹਟਣ ਛਿੱਟੇ ਕਿਸ ਤਰ੍ਹਾਂ ਹਟਦੇ ਜੀ। ਫਿਰ ਸਾਡੇ ਤੋਂ ਜਦੋਂ ਖੂਨ ਦੇ ਛਿੱਟੇ ਵੱਜਣ ਦੀਆਂ ਘਟਨਾਵਾਂ ਆਉਂਦੀਆਂ ਵਾ ਜਾਂ ਪੇਟੀ ਵਿੱਚ ਬੰਦ ਪਏ ਕੱਪੜਿਆਂ ਦੇ ਅੱਗ ਲੱਗਣ ਦੀਆਂ ਘਟਨਾਵਾਂ ਆਉਂਦੀਆਂ ਵਾ ਜਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਭੂਤ ਪ੍ਰੇਤ ਚੰਬੜ ਦੀਆਂ ਘਟਨਾਵਾਂ ਆਉਂਦੀਆਂ ਵਾ ਤਾਂ ਸਾਡਾ ਜਿਹੜਾ ਪ੍ਰੋਸੈਸ ਹੈਗਾ ਵਾ ਅਸੀਂ ਘਰ ਦੇ ਇਕੱਲੇ ਜੀ ਦੀ ਅਲੱਗ ਤਰੀਕੇ ਦੇ ਨਾਲ ਸਾਂਝੇ ਤੌਰ ਤੇ ਇੰਟਰਵਿਊ ਲੈਂਦੇ ਆ ਤੇ ਅਸੀਂ ਉਹਨਾਂ ਕੇਸਾਂ ਦੇ ਵਿੱਚ ਇਹ ਵੇਖਦੇ ਆ ਕਿ ਮਾਨਸਿਕ ਤੌਰ ਤੇ ਪ੍ਰੋਬਲਮਸ ਹੁੰਦੀ ਆ ਜਿੱਥੋਂ ਤੱਕ ਜਦੋਂ ਅਸੀਂ ਆਪਣੇ ਘਰ ਦੇ ਮੈਂਬਰਾਂ ਦੀਆਂ ਉਹਨਾਂ ਦੀਆਂ ਇਛਾਵਾਂ ਨੂੰ ਨਹੀਂ ਸਮਝਦੇ ਤੇ ਜਿਸ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ। ਜਿਵੇਂ ਮੰਨ ਲਓ ਕੋਈ ਬੱਚਾ ਹੈਗਾ ਵਾ ਉਹ ਪੜ੍ਹਨਾ ਚਾਹੁੰਦਾ ਵਾ, ਅਸੀਂ ਉਸ ਨੂੰ ਪੜ੍ਹਾਉਣਾ ਨਹੀਂ ਚਾਹੁੰਦੇ, ਜਾਂ ਜਿਵੇਂ ਕੋਈ ਲੜਕੀ ਆ ਉਹ ਆਪਣੇ ਮਨ ਚਾਹੇ ਥਾਂ ਤੇ ਆਪਣੀ ਮੈਰਿਜ ਕਰਵਾਉਣਾ ਚਾਹੁੰਦੀ ਆ ਪਰ ਅਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਨਹੀਂ ਪਕੜਾਏ, ਜਾਂ ਘਰ ਦੇ ਵਿੱਚ ਦੋ ਮੁੰਡੇ ਹੁੰਦੇ ਆ, ਜ਼ਮੀਨ ਤੇ ਜਾਇਦਾਦ ਦੀ ਸਹੀ ਵੰਡ ਨਹੀਂ ਹੁੰਦੀ, ਘਰ ਦੇ ਵਿੱਚ 2 ਜਾਂ 3 ਨੌਹਾਂ ਹੁੰਦੀਆਂ ਵਾ ਤਾਂ ਉਹਨਾਂ ਦੇ ਕੰਮ ਦੀ ਸਹੀ ਵੰਡ ਨਹੀਂ ਹੁੰਦੀ। ਤੇ ਜਦੋਂ ਅਸੀਂ ਵੇਖਦੇ ਹਾਂ ਕਿ ਹਮੇਸ਼ਾ ਇਸ ਤਰ੍ਹਾਂ ਦੇ ਕਾਰਨ ਹੁੰਦੇ ਆ, ਜਿਸ ਘਰ ਦੇ ਵਿੱਚ ਜਿਸ ਪੀੜਤ ਪਰਿਵਾਰ ਦੇ ਕੋਲ ਅਸੀਂ ਜਾਂਦੇ ਆ 99% ਉਸੇ ਦਿਨ ਹੀ ਮਸਲਾ ਹੱਲ ਹੋ ਜਾਂਦਾ ਵਾ। ਦੇਸ਼ ਵਿਦੇਸ਼ ਵਿੱਚ ਗੁਰਬਾਣੀ ਅਖੰਡ ਬਾਣੀ ਦੇਖ ਰਹੇ ਦਰਸ਼ਕਾਂ ਦਾ ਹਰਪਿੰਦਰ ਸਿੰਘ ਸੰਸਵਾ ਵੱਲੋਂ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਸਮਾਜ ਦੇ ਵਿੱਚ ਭੋਲੇ ਭਾਲਾ ਲੋਕਾਂ ਦੀਆਂ ਲੁੱਟ ਖਸੁੱਟ ਹੁੰਦੀ ਹੈ, ਕਿਸ ਤਰ੍ਹਾਂ ਅੰਧ ਵਿਸ਼ਵਾਸ ਦੇ ਵਿੱਚ ਫਸ ਕੇ ਲੋਕ ਢੋਂਗੀ ਬਾਬਿਆਂ ਕੋਲ ਜਾ ਕੇ ਉਹਨਾਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਨੇ। ਅੱਜ ਸਾਡੇ ਨਾਲ ਮੌਜੂਦ ਨੇ ਤਰਕਸ਼ੀਲ ਸੁਸਾਇਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਰਜਵੰਤ ਸਿੰਘ ਬਾਗੜੀਆਂ। ਉਹਨਾਂ ਨਾਲ ਆਪਾਂ ਮੁਲਾਕਾਤ ਕਰਾਉਣ ਜਾ ਰਹੇ ਹਾਂ ਤੇ ਉਹਨਾਂ ਕੋਲ ਆਪਾਂ ਤੁਹਾਨੂੰ ਜਾਣਕਾਰੀ ਦਿਵਾਵਾਂਗੇ ਵੀ ਕਿਸ ਤਰ੍ਹਾਂ ਇਹ ਹੱਥਾਂ ਦੀ ਸਫਾਈ ਤੇ ਅੱਖਾਂ ਦਾ ਚਮਕਾਰ ਦੇ ਨਾਲ ਆ ਜਿਹੜਾ ਜਾਦੂਗਰੀ ਵਿਖਾਈ ਜਾਂਦੀ ਆ। ਆਓ ਗੱਲਬਾਤ ਕਰਦੇ ਹਾਂ। ਰਜਵੰਤ ਜੀ, ਗੁਰਬਾਣੀ ਅਖੰਡ ਬਾਣੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਤੇ ਇਸ ਚੈਨਲ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ। ਥੈਂਕ ਯੂ ਸਰ, ਜਿਹੜੀ ਤਰਕਸ਼ੀਲ ਸੁਸਾਇਟੀ ਆ ਕਿਦੋਂ ਦੀ ਪੰਜਾਬ ਦੇ ਵਿੱਚ ਹੋਂਦ ਹੋਈ ਹੈ? ਤਰਕਸ਼ੀਲ ਸੁਸਾਇਟੀ 1984 ਦੇ ਵਿੱਚ ਹੋਂਦ ਵਿੱਚ ਆਈ। ਡਾਕਟਰ ਇਬਰਾਹਿਮ ਟੀ ਕਪੂਰ ਜੋ ਕੇਰਲਾ ਦੇ ਵਿੱਚ ਜਨਮੇ, ਉਹਨਾਂ ਨੇ 2 ਕਿਤਾਬਾਂ ਲਿਖੀਆਂ, ਦੇਵ ਪੁਰਸ਼ ਹਾਰ ਗਏ, ਦੇਵ ਦੈਤ ਤੇ ਰੂਹਾਂ। ਇਹਨਾਂ ਦਾ ਜਿਹੜਾ ਤਰਜਮਾ ਪੰਜਾਬੀ ਦੇ ਵਿੱਚ 1984 ਦੇ ਵਿੱਚ ਕੀਤਾ। ਉਸ ਤੋਂ ਬਾਅਦ ਤਰਕਸ਼ੀਲ ਸੁਸਾਇਟੀ ਹੋਂਦ ਵਿੱਚ ਆਈ। ਇਸ ਵੇਲੇ ਤਰਕਸ਼ੀਲ ਸੁਸਾਇਟੀ ਦੀਆਂ ਪੰਜਾਬ ਦੇ ਵਿੱਚ 80 ਜਿਹੜੀਆਂ ਇਕਾਈਆਂ ਵਾ ਤੇ ਦੇਸ਼ ਵਿਦੇਸ਼ ਦੇ ਵਿੱਚ ਤਰਕਸ਼ੀਲ ਸੁਸਾਇਟੀ ਸਥਾਪਿਤ ਹੈ। ਕੀ ਨਿਯਮ ਹੈਗੇ ਇਹਨਾਂ ਦੇ ਤਰਕਸ਼ੀਲ ਸੁਸਾਇਟੀ ਦੇ ਤੇ ਕਿਸ ਤਰ੍ਹਾਂ ਤੁਸੀਂ ਸਮਾਜ ਦੇ ਵਿੱਚ ਉਸ ਨਿਯਮਾਂ ਦੇ ਮੁਤਾਬਕ ਕੰਮ ਕਰਦੇ ਹੋ? ਤਰਕਸ਼ੀਲ ਸੁਸਾਇਟੀ ਦਾ ਮੈਂ ਉਦੇਸ਼ ਪਹਿਲਾਂ ਦੱਸਣਾ ਚਾਹਾਂਗਾ। ਤਰਕਸ਼ੀਲ ਸੁਸਾਇਟੀ ਦਾ ਉਦੇਸ਼ ਵਹਿਮ ਭਰਮ, ਜਾਦੂ ਟੂਣੇ, ਧਾਗੇ, ਤਵੀਤ, ਕਾਲਾ ਇਲਮ, ਪੁਨਰ ਜਨਮ ਜਿਹੀਆਂ ਗੈਰ ਵਿਗਿਆਨਕ ਗੱਲਾਂ ਨੂੰ ਦੂਰ ਕਰਕੇ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਵਾ ਤੇ ਸਮਾਜਿਕ ਬੁਰਾਈਆਂ ਜਿਵੇਂ ਮਾਦਾ ਭਰੂਣ ਹੱਤਿਆ, ਦਾਜ ਪ੍ਰਥਾ, ਫੋਕੀਆਂ, ਭੈੜੀਆਂ ਰਸਮਾਂ ਰਿਵਾਜਾਂ ਤੇ ਸਮਾਂ ਲੰਘਾ ਚੁੱਕੀਆਂ ਜਿਹੜੀਆਂ ਸਾਡੀਆਂ ਰਵਾਇਤਾਂ ਵਾ ਉਹਨਾਂ ਨੂੰ ਦੂਰ ਕਰਕੇ ਸਮੇਂ ਦੇ ਨਾਲ ਚੱਲਣਾ ਅਤੇ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨਾ ਤਰਕਸ਼ੀਲ ਸੁਸਾਇਟੀ ਦਾ ਮੁੱਖ ਮਕਸਦ ਵਾ। ਰਜਵੰਤ ਜੀ, ਜਿਸ ਤਰ੍ਹਾਂ ਆਪ ਦੇਖਣ ਵਿੱਚ ਹੁੰਦਾ ਕਿ ਬੱਸਾਂ ਦੇ ਵਿੱਚ ਅਟੈਚਮੈਂਟ ਕੀਤੀਆਂ ਜਾ ਰਹੀਆਂ ਵਾ, ਕੰਧਾਂ ਉੱਪਰ ਲਿਖਿਆ ਜਾ ਰਿਹਾ ਕਿ
ਮਨ ਚਾਹਿਆ ਵਰ ਪਾਓ, ਆਪਣੇ ਮਨ ਚਾਹਿਆ ਪਿਆਰ ਪਾਓ। ਹੋਰ ਤਰਕਸ਼ੀਲ ਇਹੋ ਜਿਹੀਆਂ ਬੁਰਾਈਆਂ ਜਿਹੜੀਆਂ ਜੋ ਆਪਾਂ ਗੈਰ ਕਾਨੂੰਨੀ ਵੀ ਕਹਿ ਸਕਦੇ ਹਾਂ, ਇਹਨਾਂ ਵਿੱਚ ਲੋਕ ਵਿਸ਼ਵਾਸ ਵਿੱਚ ਫਸ ਕੇ ਲੋਕ ਜੋ ਇਹਨਾਂ ਟੂਣੇ ਟੋਟਕਿਆਂ ਦੇ ਵਿਸ਼ਵਾਸ ਰੱਖਦੇ ਆ, ਉਸ ਸੰਬੰਧੀ ਕੀ ਕਹਿਣਾ ਚਾਹੁੰਦੇ? ਬੜੇ ਦੁੱਖ ਦੀ ਗੱਲ ਵਾ ਕਿ ਸਾਡੀਆਂ ਸਮੇਂ ਦੀਆਂ ਸਰਕਾਰਾਂ ਦੇਸ਼ ਦੇ ਕਾਨੂੰਨਾਂ ਨੂੰ ਸਹੀ ਢੰਗ ਦੇ ਨਾਲ ਲਾਗੂ ਨਹੀਂ ਕਰਦੀਆਂ। ਹਾਲਾਂਕਿ ਭਾਰਤ ਦੇ ਸੰਵਿਧਾਨ ਦੀ ਧਾਰਾ 51 ਇਹਦੇ ਅਨੁਸਾਰ ਹਰ ਵਿਅਕਤੀ ਦਾ ਜਿਹੜਾ ਫਰਜ਼ ਵਾ ਕਿ ਵਿਗਿਆਨ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ, ਪਰ ਸਰਕਾਰਾਂ ਆਪਣੇ ਵੋਟ ਬੈਂਕ ਦੇ ਲਈ ਜਨਤਾ ਨੂੰ ਅੰਧ ਵਿਸ਼ਵਾਸ ਦੀ ਭੱਠੀ ਦੇ ਵਿੱਚ ਝੋਕ ਰਹੀਆਂ ਵਾ। ਜਿੱਥੋਂ ਤੱਕ ਇਸ ਤਰ੍ਹਾਂ ਦੇ ਬੋਰਡ ਲਿਖਣ ਦੀ ਗੱਲ ਹੈਗੀ ਆ, ਇਹ ਬਿਲਕੁਲ ਜਨਤਾ ਨੂੰ ਗੁੰਮਰਾਹ ਕਰਨ ਵਾਲੀ ਗੱਲ ਵਾ। ਤਰਕਸ਼ੀਲ ਸੁਸਾਇਟੀ ਦੇ ਵੱਲੋਂ 23 ਸ਼ਰਤਾਂ ਰੱਖੀਆਂ ਹੋਈਆਂ ਵਾ। ਅਸੀਂ ਚੈਲੰਜ ਕਰਦੇ ਹਾਂ ਹਰ ਵਕਤ, 1984 ਤੋਂ ਲੈ ਕੇ ਅੱਜ ਤੱਕ ਸਾਡਾ ਦੁਨੀਆ ਭਰ ਦੇ ਪਖੰਡੀ ਸਾਧਾਂ ਸੰਤਾਂ ਤੇ ਜੋਸ਼ੀਆਂ ਨੂੰ ਸਿੱਧਾ ਚੈਲੰਜ ਵਾ ਕਿ ਇਹਨਾਂ 23 ਸ਼ਰਤਾਂ ਦੇ ਵਿੱਚੋਂ ਜੇਕਰ ਕੋਈ ਇੱਕ ਵੀ ਸ਼ਰਤ ਪੂਰੀ ਕਰ ਜਾਵੇ ਤਾਂ ਸਾਡੇ ਵੱਲੋਂ ਤਰਕਸ਼ੀਲ ਸੁਸਾਇਟੀ ਦੇ ਵੱਲੋਂ 5 ਲੱਖ ਦਾ ਇਨਾਮ ਆ। ਉਸ 5 ਲੱਖ ਦਾ ਇਨਾਮ ਜਿੱਤਣ ਦੇ ਲਈ ਜਿਹੜੀ ਸਾਡੀ ਪ੍ਰਕਿਰਿਆ ਵਾ ਕਿ 10,000 ਰੁਪਏ ਦੀ ਜ਼ਮਾਨਤ ਦੀ ਰਾਸ਼ੀ ਜਮ੍ਹਾਂ ਕਰਵਾਉਣੀ ਪੈਂਦੀ ਆ, ਅਤੇ ਜੇਕਰ ਉਹ ਵਿਅਕਤੀ ਜਿੱਤ ਜਾਵੇ 5 ਲੱਖ ਪਲੱਸ 10,000 ਉਸ ਵਿਅਕਤੀ ਨੂੰ ਦਿੱਤਾ ਜਾਵੇਗਾ। ਪਰ ਅੱਜ ਤੱਕ ਜਿੰਨੇ ਵੀ ਸਾਡੇ ਤੋਂ ਇਸ ਤਰ੍ਹਾਂ ਦੇ ਪਖੰਡੀਆਂ ਦੇ ਲੋਕਾਂ ਨੂੰ ਲੁੱਟਣ ਵਾਲਿਆਂ ਦੇ ਕੇਸ ਆਏ ਆ, ਹਰ ਇੱਕ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਵਾ। ਜਿੱਥੋਂ ਤੱਕ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਦੀ ਗੱਲ ਵਾ, ਕਾਨੂੰਨ ਦੇ ਮੁਤਾਬਕ ਇਸ 'ਤੇ ਬਿਲਕੁਲ ਪਾਬੰਦੀ ਆ, ਪਰ ਸਰਕਾਰਾਂ ਦੀਆਂ ਨੀਤੀਆਂ ਇਸ ਦੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਵਾ। ਸਮੇਂ-ਸਮੇਂ 'ਤੇ ਅਸੀਂ TV ਚੈਨਲ ਦੇ ਰਾਹੀਂ, ਅਖਬਾਰਾਂ ਦੇ ਰਾਹੀਂ ਜਾਂ ਜਨਤਕ ਤੌਰ 'ਤੇ ਜਾਂ ਤਰਕਸ਼ੀਲ ਮੇਲਿਆਂ ਦੇ ਵਿੱਚ ਇਹ ਹੋਕਾ ਦਿੰਦੇ ਰਹਿੰਦੇ ਆ ਕਿ ਇਹਨਾਂ ਪਖੰਡੀ ਸਾਧਾਂ ਸੰਤਾਂ ਤੋਂ ਬਚਣਾ ਚਾਹੀਦਾ ਵਾ, ਜਿਹੜੇ ਸਾਡੀ ਆਰਥਿਕ ਅਤੇ ਮਾਨਸਿਕ ਲੁੱਟ ਕਰਦੇ ਆ। ਜਿਸ ਤਰ੍ਹਾਂ ਕਈ ਲੋਕਾਂ ਦੇ ਘਰਾਂ 'ਚ ਖੂਨ ਦੇ ਛਿੱਟੇ ਵੱਜਦੇ ਆ, ਰੋੜੇ ਵੱਜਦੇ ਆ, ਉਹ ਫਿਰ ਲੋਕ ਜਾ ਕੇ ਸਾਧਾਂ ਦੇ ਧੋੜਿਆਂ 'ਤੇ ਜਾਂਦੇ ਆ, ਪੰਡਤਾਂ ਕੋਲ ਜਾਂਦੇ ਆ, ਉੱਥੇ ਜਾ ਕੇ ਉਪਾਅ ਦੀ ਉਮੀਦ ਰੱਖਦੇ ਆ ਵੀ ਕਿਸ ਤਰ੍ਹਾਂ ਆ ਜਿਹੜੇ ਹਟਣ ਛਿੱਟੇ ਕਿਸ ਤਰ੍ਹਾਂ ਹਟਦੇ ਜੀ। ਫਿਰ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ? ਸਾਡੇ ਤੋਂ ਜਦੋਂ ਖੂਨ ਦੇ ਛਿੱਟੇ ਵੱਜਣ ਦੀਆਂ ਘਟਨਾਵਾਂ ਆਉਂਦੀਆਂ ਵਾ, ਜਾਂ ਪੇਟੀ ਵਿੱਚ ਬੰਦ ਪਏ ਕੱਪੜਿਆਂ ਦੇ ਅੱਗ ਲੱਗਣ ਦੀਆਂ ਘਟਨਾਵਾਂ ਆਉਂਦੀਆਂ ਵਾ, ਜਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਭੂਤ ਪ੍ਰੇਤ ਚੰਬੜ ਦੀਆਂ ਘਟਨਾਵਾਂ ਆਉਂਦੀਆਂ ਵਾ, ਤਾਂ ਸਾਡਾ ਜਿਹੜਾ ਪ੍ਰੋਸੈਸ ਹੈਗਾ ਵਾ, ਅਸੀਂ ਘਰ ਦੇ ਇਕੱਲੇ ਜੀ ਦੀ ਅਲੱਗ ਤਰੀਕੇ ਦੇ ਨਾਲ ਸਾਂਝੇ ਤੌਰ 'ਤੇ ਇੰਟਰਵਿਊ ਲੈਂਦੇ ਹਾਂ, ਅਤੇ ਅਸੀਂ ਉਹਨਾਂ ਕੇਸਾਂ ਦੇ ਵਿੱਚ ਇਹ ਵੇਖਦੇ ਹਾਂ ਕਿ ਮਾਨਸਿਕ ਤੌਰ 'ਤੇ ਪ੍ਰੋਬਲਮਸ ਹੁੰਦੀ ਆ। ਜਿੱਥੋਂ ਤੱਕ ਜਦੋਂ ਅਸੀਂ ਆਪਣੇ ਘਰ ਦੇ ਮੈਂਬਰਾਂ ਦੀਆਂ ਉਹਨਾਂ ਦੀਆਂ ਇਛਾਵਾਂ ਨੂੰ ਨਹੀਂ ਸਮਝਦੇ, ਅਤੇ ਜਿਸ ਕਰਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਜਾਂਦਾ। ਜਿਵੇਂ ਮੰਨ ਲਓ ਕੋਈ ਬੱਚਾ ਹੈਗਾ ਵਾ, ਉਹ ਪੜ੍ਹਨਾ ਚਾਹੁੰਦਾ ਵਾ, ਅਸੀਂ ਉਸ ਨੂੰ ਪੜ੍ਹਾਉਣਾ ਨਹੀਂ ਚਾਹੁੰਦੇ, ਜਾਂ ਜਿਵੇਂ ਕੋਈ ਲੜਕੀ ਆ, ਉਹ ਆਪਣੇ ਮਨ ਚਾਹੇ ਥਾਂ 'ਤੇ ਆਪਣੀ ਮੈਰਿਜ ਕਰਵਾਉਣਾ ਚਾਹੁੰਦੀ ਆ, ਪਰ ਅਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਨਹੀਂ ਪਕੜ ਰਹੇ। ਜਾਂ ਘਰ ਦੇ ਵਿੱਚ 2 ਮੁੰਡੇ ਹੁੰਦੇ ਆ, ਜ਼ਮੀਨ ਤੇ ਜਾਇਦਾਦ ਦੀ ਸਹੀ ਵੰਡ ਨਹੀਂ ਹੁੰਦੀ, ਘਰ ਦੇ ਵਿੱਚ 2 ਜਾਂ 3 ਨੌਹਾਂ ਹੁੰਦੀਆਂ ਵਾ, ਤਾਂ ਉਹਨਾਂ ਦੇ ਕੰਮ ਦੀ ਸਹੀ ਵੰਡ ਨਹੀਂ ਹੁੰਦੀ। ਅਤੇ ਜਦੋਂ ਅਸੀਂ ਵੇਖਦੇ ਹਾਂ ਕਿ ਹਮੇਸ਼ਾ ਇਸ ਤਰ੍ਹਾਂ ਦੇ ਕਾਰਨ ਹੁੰਦੇ ਆ, ਜਿਸ ਘਰ ਦੇ ਵਿੱਚ ਜਿਸ ਪੀੜਤ ਪਰਿਵਾਰ ਦੇ ਕੋਲ ਅਸੀਂ ਜਾਂਦੇ ਹਾਂ, 99% ਉਸੇ ਦਿਨ ਹੀ ਮਸਲਾ ਹੱਲ ਹੋ ਜਾਂਦਾ ਵਾ, ਅਤੇ ਅਸੀਂ ਉਸ ਦੇ ਅਸਲੀ ਕਾਰਨ ਨੂੰ ਜਿਹੜੇ ਆ ਪਕੜਦੇ ਹਾਂ, ਅਤੇ ਉਸ ਨੂੰ ਹਦਾਇਤ ਦਿੰਦੇ ਹਾਂ, ਉਸ ਨੂੰ ਸਲਾਹ ਦਿੰਦੇ ਹਾਂ, ਘਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਲਾਹ ਦਿੰਦੇ ਹਾਂ। ਜਿਸ ਤਰ੍ਹਾਂ ਦਾ ਕੇਸ ਹੁੰਦਾ, ਜੇਕਰ ਸਾਨੂੰ ਇਹ ਜ਼ਰੂਰਤ ਹੋਵੇ ਕਿ ਉਸ ਨਾਲ ਪੱਖਪਾਤ ਹੋ ਰਿਹਾ, ਸਾਨੂੰ ਇਹ ਕਹਿਣਾ ਪੈਂਦਾ ਕਿ ਕਿਸੇ ਵੀ ਵਿਅਕਤੀ ਦੇ ਨਾਲ ਲਿੰਗ ਦੇ ਆਧਾਰ 'ਤੇ ਪੱਖਪਾਤ ਨਹੀਂ ਹੋਣਾ ਚਾਹੀਦਾ, ਕੰਮ ਦੇ ਆਧਾਰ 'ਤੇ ਪੱਖਪਾਤ ਨਹੀਂ ਹੋਣਾ, ਜ਼ਮੀਨ ਤੇ ਜਾਇਦਾਦ ਦੇ ਆਧਾਰ 'ਤੇ ਪੱਖਪਾਤ ਨਹੀਂ ਹੋਣਾ ਚਾਹੀਦਾ। ਅਤੇ ਜਿੰਨੇ ਵੀ ਸਾਡੇ ਤੋਂ ਕੇਸ ਆਉਂਦੇ ਆ, ਉਸ ਤੋਂ ਬਾਅਦ ਜੇਕਰ ਉਸ ਘਰ ਵਿੱਚ ਨੌਜਵਾਨ ਵਰਗ ਹੁੰਦਾ ਵਾ, ਉਸ ਨੂੰ ਵੀ ਅਸੀਂ ਮੋਟੀਵੇਟ ਕਰਦੇ ਹਾਂ ਕਿ ਸਾਇੰਸ ਦੇ ਮੁਤਾਬਕ ਵਹਿਮ ਭਰਮ ਸਿਰਫ ਹਿੰਦੁਸਤਾਨ ਦੇ ਵਿੱਚ ਹੀ ਰਹਿ ਗਏ ਆ। ਜੇਕਰ ਅਸੀਂ ਪੱਛਮੀ ਦੇਸ਼ਾਂ ਦੇ ਨਾਲ ਕਦਮ ਮਿਲਾ ਕੇ ਚੱਲਣਾ, ਤਾਂ ਸਾਨੂੰ ਵਿਗਿਆਨਕ ਸੋਚ ਅਪਣਾਉਣੀ ਪਊਗੀ। ਅਤੇ ਜੇਕਰ ਅਸੀਂ ਕਿਸੇ ਵੀ ਗੱਲ ਨੂੰ, ਕਿਸੇ ਵੀ ਮਸਲੇ ਨੂੰ ਕੀ, ਕਿਵੇਂ ਅਤੇ ਕਿਉਂ ਦੇ ਆਧਾਰ 'ਤੇ ਪਰਖਦੇ ਹਾਂ, ਸਮਝਦੇ ਹਾਂ, ਤਾਂ ਫਿਰ ਮੰਨਦੇ ਹਾਂ, ਤਾਂ ਫਿਰ ਹਰ ਮਸਲੇ ਦਾ ਹੱਲ ਹੋ ਜਾਂਦਾ। ਜਿਸ ਤਰ੍ਹਾਂ ਰਜਵੰਤ ਜੀ, ਕਈ ਲੋਕ ਜਿਸ ਤਰ੍ਹਾਂ ਇਹ ਚੌਂਕੀਆਂ ਭਰਦੇ, ਜਿਹਨੂੰ ਆਪਾਂ ਕਹਿੰਦੇ ਚੌਂਕੀਆਂ, ਖੇਡ ਖਿਡਾਵਾ ਕਹਿੰਦੇ ਆ, ਜਦੋਂ ਤੁਹਾਡੇ ਸੁਸਾਇਟੀ ਵਾਲੇ ਜਾਂਦੇ ਆ, ਅਤੇ ਉਹ ਫਿਰ ਉਹਨਾਂ ਦੀ ਖੇਡ ਬੰਦ ਹੋ ਜਾਂਦੀ ਆ। ਇਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ? ਅਸੀਂ ਲੋਕਾਂ ਨੂੰ ਇਹੀ ਕਹਿੰਦੇ ਹਾਂ ਕਿ ਘੱਟੋ ਘੱਟ ਤੁਹਾਨੂੰ ਇਹ ਵੇਖਣਾ ਚਾਹੀਦਾ ਕਿ ਜਦੋਂ ਅਸੀਂ ਉਸ ਪਖੰਡੀ ਸਾਧ ਤੋਂ, ਉਸ ਬਾਬੇ ਦੇ ਡੇਰੇ ਤੋਂ ਜਾਂਦੇ ਹਾਂ, ਉਹ ਸਾਡੇ ਤੋਂ ਮਾਫੀ ਕਿਉਂ ਮੰਗ ਲੈਂਦਾ ਵਾ। ਹਾਲਾਂਕਿ ਉਸ ਕੋਲ ਬੰਦੇ ਹੁੰਦੇ ਆ, ਉਹਨਾਂ ਤੋਂ ਹਥਿਆਰ ਹੁੰਦੇ ਆ, ਉਸ ਦੇ ਡੱਬ ਵਿੱਚ ਵੀ ਰਿਵਾਲਵਰ ਹੁੰਦਾ,
ਪਰ ਸਾਡੀਆਂ ਤਰਕ ਦੀਆਂ ਦਲੀਲਾਂ ਦੇ ਸਾਹਮਣੇ ਉਸ ਦੀ ਕੋਈ ਵੀ ਨਹੀਂ ਚੱਲਦੀ, ਕਿਉਂਕਿ ਉਸ ਨੂੰ ਇਹ ਪਤਾ ਹੁੰਦਾ ਕਿ ਮੈਂ ਝੂਠ ਦਾ ਵਪਾਰ ਕਰ ਰਿਹਾ ਹੈਗਾ ਵਾਂ, ਇਹ ਅੰਧ ਵਿਸ਼ਵਾਸ ਵਾ, ਮੇਰੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਕਤੀ ਨਹੀਂ। ਕਿਉਂਕਿ ਅਸੀਂ ਮੰਨਦੇ ਹਾਂ ਕਿ ਦੁਨੀਆ ਵਿੱਚ ਕਿਸੇ ਵੀ ਵਿਅਕਤੀ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੈਬੀ ਸ਼ਕਤੀ ਨਹੀਂ। ਜਿਸ ਤਰ੍ਹਾਂ ਕਈ ਬਾਬਿਆਂ ਦਾ ਨਾਮ ਲੈ ਕੇ ਇਹ ਦੱਸਦੇ ਆ ਕਿ ਅਸੀਂ ਸਾਡੇ 'ਚ ਬਾਬਾ ਆਉਂਦਾ ਜੀ, ਕੋਈ ਕਹਿੰਦਾ ਸਾਡੇ 'ਚ ਮਾਤਾ ਆਉਂਦੀ ਆ, ਪਰ ਜਦੋਂ ਇਹੋ ਜਿਹੀ ਘਟਨਾਵਾਂ ਜਾਂ ਉਹਨਾਂ ਦੀ ਪੁੱਛਗਿੱਛ ਹੁੰਦੀ ਆ ਤੇ ਫਿਰ ਉਹ ਹੱਥ ਕਿਉਂ ਖੜੇ ਕਰਦੇ? ਬਾਬੇ ਜਿਹੜੇ ਕਹਿੰਦੇ ਆ ਕਿ ਸਾਡੇ ਵਿੱਚ ਕੋਈ ਖੇਡ ਆਉਂਦੀ ਆ, ਕੋਈ ਮਾਤਾ ਆਉਂਦੀ ਆ, ਜਾਂ ਕੋਈ ਕਹਿੰਦਾ ਕਿ ਮੇਰੇ ਦੇ ਵਿੱਚ ਵਡਭਾਗ ਸਿੰਘ ਦੀ ਚੌਂਕੀ ਆਉਂਦੀ ਆ, ਤੇ ਜਦੋਂ ਅਸੀਂ ਉਸ ਨੂੰ ਬੇਸਿਕ ਸਵਾਲ ਪੁੱਛਦੇ ਆ ਕਿ ਬਾਬਾ ਵਡਭਾਗ ਸਿੰਘ ਦਾ ਜਨਮ ਕਦੋਂ ਹੋਇਆ, ਉਸ ਦੇ ਪਿਤਾ ਦਾ ਨਾਂ ਕੀ ਸੀ, ਮਾਤਾ ਦਾ ਨਾਂ ਕੀ ਸੀ, ਉਸ ਨੂੰ ਤਾਂ ਉਹੀ ਨਹੀਂ ਪਤਾ ਹੁੰਦਾ। ਇਸ ਤੋਂ ਜਨਤਾ ਦੀ ਕਚਹਿਰੀ ਦੇ ਵਿੱਚ ਲੋਕਾਂ ਦੇ ਸਾਹਮਣੇ ਉਸ ਦਾ ਪਖੰਡ ਬਿਲਕੁਲ ਨੰਗਾ ਹੋ ਜਾਂਦਾ। ਜਿਸ ਤਰ੍ਹਾਂ ਤੁਸੀਂ ਵਾਅਦਾ ਕਰਦੇ ਹੋ ਲੋਕਾਂ ਨਾਲ, ਕਹਿੰਦੇ ਹੋ ਵੀ ਅਸੀਂ 5 ਲੱਖ ਰੁਪਏ ਦਾ ਇਨਾਮ ਦੇਵਾਂਗੇ ਕਿ ਜੇ ਸਾਡੀਆਂ ਕੋਈ ਜਿਹੜੀਆਂ ਮੰਗਾਂ ਵਾ, ਜਿਹੜੀਆਂ ਸਾਡੀਆਂ ਆਪਣੀਆਂ ਸ਼ਰਤਾਂ ਰੱਖੀਆਂ ਜਾਂਦੀਆਂ ਵਾ, ਉਹ ਪੂਰੀਆਂ ਕਰਦੇ ਤੇ ਅਸੀਂ 5 ਲੱਖ ਰੁਪਏ ਦਾ ਇਨਾਮ। ਇਸੇ ਤਰ੍ਹਾਂ ਹੀ ਉਹ ਵੀ ਜਿਹੜੇ ਸਾਧ ਜਿਹੜਾ ਕਿ ਜਾਂ ਤਾਂ ਆਪਣੇ ਜੋਤਸ਼ੀ ਲੈ ਲਓ, ਉਹ ਕਹਿੰਦੇ ਆ ਕਿ ਅਸੀਂ ਵੀ ਪੈਸੇ ਬਾਅਦ ਵਿੱਚ ਲਵਾਂਗੇ, ਪਹਿਲਾਂ ਤੁਹਾਡਾ ਕੰਮ ਪੂਰਾ ਹੋਊਗਾ, ਜਿਸ ਤਰ੍ਹਾਂ ਦਾ ਤੁਸੀਂ ਆਖੋਗੇ 24 ਘੰਟੇ ਦੇ ਵਿੱਚ ਤੁਹਾਡਾ ਮੁਸ਼ਕਲ ਦਾ ਸੰਵਿਧਾਨ ਹੋਊਗਾ। ਅਸਲ ਦੇ ਵਿੱਚ ਜਿਸ ਤਰ੍ਹਾਂ ਕੋਈ ਵਪਾਰ ਕਰਦਾ ਵਾ, ਅਸੀਂ ਇਸ ਨੂੰ ਧੰਦਾ ਕਹਿੰਦੇ ਆ। ਵਪਾਰ ਦੇ ਵਿੱਚ ਸਮੇਂ-ਸਮੇਂ ਤੇ ਅਗਲਾ ਤਬਦੀਲੀ ਕਰਦਾ ਰਹਿੰਦਾ। ਜਿਵੇਂ ਅਸੀਂ ਕੁਝ ਸਾਲ ਪਹਿਲਾਂ ਇਹ ਕਹਿੰਦੇ ਰਹੇ ਕਿ ਇਹ ਪਖੰਡੀ ਸਾਧ ਜਿਹੜੇ ਡੇਰੇ ਚਲਾ ਰਹੇ ਆ, ਇਹਨਾਂ ਨੂੰ ਸਕੂਲ ਖੋਲ੍ਹ ਦੇਣੇ ਚਾਹੀਦੇ ਆ, ਇਹਨਾਂ ਨੂੰ ਹਸਪਤਾਲ ਖੋਲ੍ਹ ਦੇਣੇ ਚਾਹੀਦੇ ਆ ਤਾਂ ਜੋ ਜਨਤਾ ਦੀ ਭਲਾਈ ਹੋ ਸਕੇ। ਪਰ ਅਸੀਂ ਇਹ ਵੇਖਿਆ ਉਹਨਾਂ ਨੇ ਜਨਤਾ ਦੀ ਨਬਜ਼ ਨੂੰ ਪਛਾਣਦੇ ਹੋਏ ਸਕੂਲ ਵੀ ਖੋਲ੍ਹੇ ਆ, ਹਸਪਤਾਲ ਵੀ ਖੋਲ੍ਹੇ ਆ, ਉਹਨਾਂ ਨੇ ਆਪਣੇ ਲੁੱਟ ਦੇ ਕਾਰੋਬਾਰਾਂ ਨੂੰ ਹੋਰ ਵਧਾ ਲਿਆ ਵਾ। ਸੋ ਜਨਤਾ ਦੀ ਨਬਜ਼ ਨੂੰ ਪਛਾਣਦੇ ਆ ਕਿ ਜਨਤਾ ਨੂੰ ਲੁੱਟਣਾ ਕਿਸ ਢੰਗ ਦੇ ਨਾਲ। ਰਜਵੰਤ ਜੀ, ਉਹ ਤੇ ਏਡੇ ਵੱਡੇ ਵਾਅਦੇ ਕਰ ਦਿੰਦੇ ਆ ਕਿ ਅਸੀਂ ਮੇਲ ਤੋਂ ਫੀਮੇਲ ਕਰ ਸਕਦੇ ਹਾਂ, ਫੀਮੇਲ ਤੋਂ ਮੇਲ ਕਰ ਸਕਦੇ ਹਾਂ, ਤੇ ਇਸ ਤਰ੍ਹਾਂ ਲੁੱਟ ਖਸੁੱਟ ਬਹੁਤ ਹੁੰਦੀ ਆ। ਉੱਥੇ ਤੱਕ ਕੋਈ ਕਹਿੰਦੇ ਵੀ ਅਸੀਂ ਆਹ ਦਵਾਈ ਖਾਓ ਤੇ ਤੁਹਾਡੇ ਘਰ ਗਰੰਟਡ ਮੁੰਡਾ ਹੋਊਗਾ ਜੀ। ਇਸ ਸੰਬੰਧ 'ਚ ਕੀ? ਹਾਂ, ਜਿੱਥੋਂ ਤੱਕ ਮੁੰਡਾ ਪੈਦਾ ਹੋਣ ਵਾਲੀ ਗਰੰਟੀ ਦੀ ਗੱਲ ਹੈਗੀ ਆ, ਅਸੀਂ ਵੇਖਿਆ ਸਮਾਜ ਦੇ ਵਿੱਚ ਕਿ ਜਦੋਂ ਪ੍ਰੈਗਨੈਂਸੀ ਹੋ ਜਾਂਦੀ ਆ, ਲੋਕ ਗਰਭ ਦੇ ਦੂਸਰੇ ਮਹੀਨੇ, ਤੀਸਰੇ ਮਹੀਨੇ ਤੇ ਚੌਥੇ ਮਹੀਨੇ ਵੀ ਬਾਬਿਆਂ ਦੇ ਕੋਲ ਚਲੇ ਜਾਂਦੇ ਆ ਤੇ ਬਾਬੇ ਉਹਨਾਂ ਨੂੰ ਦਵਾਈ ਦੇ ਦਿੰਦੇ ਆ ਕਿ ਤੁਹਾਡੇ ਗਰੰਟੀ ਦੇ ਨਾਲ ਮੁੰਡਾ ਹੋਏਗਾ। ਪਰ ਬੜੇ ਦੁੱਖ ਦੀ ਗੱਲ ਹੈਗੀ ਆ ਕਿ ਉਹਨਾਂ ਨੂੰ ਬਿਲਕੁਲ ਬੇਸਿਕ ਹੀ ਨਹੀਂ ਪਤਾ ਕਿ ਜਦੋਂ ਪ੍ਰੈਗਨੈਂਸੀ ਹੁੰਦੀ ਆ ਉਸੇ ਦਿਨ ਹੀ ਕਨਫਰਮ ਹੋ ਜਾਂਦਾ ਵਾ। ਔਰਤ ਦੇ ਐਕਸ ਤੇ ਐਕਸ ਕ੍ਰੋਮੋਸੋਮ ਹੁੰਦੇ ਆ ਤੇ ਆਦਮੀ ਦੇ ਐਕਸ ਤੇ ਵਾਈ ਕ੍ਰੋਮੋਸੋਮ ਹੁੰਦੇ ਆ। ਜੇਕਰ ਪਹਿਲੇ ਹੀ ਦਿਨ ਸਾਡਾ ਆਦਮੀ ਦਾ ਐਕਸ ਕ੍ਰੋਮੋਸੋਮ ਜਾਂਦਾ ਵਾ ਤੇ ਕੁੜੀ ਹੀ ਪੈਦਾ ਹੋਣੀ ਆ, ਤੇ ਜੇਕਰ ਵਾਈ ਅੰਦਰ ਜਾਂਦਾ ਵਾ ਤਾਂ ਫਿਰ ਮੁੰਡਾ ਹੀ ਪੈਦਾ ਹੋਣਾ ਵਾ। ਜਦ ਕਿ ਗਰਭ ਦੇ ਦੂਸਰੇ ਤੀਸਰੇ ਮਹੀਨੇ ਬਾਅਦ ਵੀ ਜੇਕਰ ਉਹ ਇਸ ਤਰ੍ਹਾਂ ਦੀ ਦਵਾਈ ਲੈ ਲੈਂਦਾ ਵਾ, ਉਸ ਦੀ ਵੀ ਮੂਰਖਤਾ ਵਾ ਤੇ ਉਹ ਸਾਡੀ ਮੂਰਖਤਾ ਦਾ ਨਜਾਇਜ਼ ਫਾਇਦਾ ਉਠਾਉਂਦੇ ਆ। ਜਿਸ ਤਰ੍ਹਾਂ ਰਜਵੰਤ ਜੀ, ਲੋਕ ਇੱਥੋਂ ਜਿੱਦਾਂ ਜੋਗੀ ਜਾਂਦੇ ਆ ਪਿੰਡਾਂ ਦੇ ਵਿੱਚ, ਉਹ ਆਪਣੀ ਹੱਥ ਦੀ ਸਫਾਈ ਦੇ ਨਾਲ ਭੋਲੇ ਭਾਲੇ ਲੋਕਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਆ। ਕੋਈ ਛੁਹਾਰਾ ਦੇਤਾ, ਕਿਸੇ ਨੂੰ ਬਦਾਮ ਦੇਤਾ, ਕਿਸੇ ਕਈ ਤਰ੍ਹਾਂ ਦੇ ਉਹਨਾਂ ਨੂੰ ਚਮਤਕਾਰ ਦਿਖਾ ਕੇ ਤੇ ਆਪਣੀ ਉਹਨਾਂ ਕੋਲ ਪੈਸੇ ਪਟੋਰ ਕੇ ਲੈ ਕੇ ਆਉਂਦੇ ਆ। ਤੁਹਾਡੇ ਕੋਲ ਵੀ ਅੱਜ ਤੁਸੀਂ ਸਾਡੇ ਦਰਸ਼ਕਾਂ ਦੇਸ਼ ਵਿਦੇਸ਼ ਵਿੱਚ ਦਿਖ ਰਹੇ, ਤੁਸੀਂ ਵੀ ਕੋਈ ਐਸੀ ਕਲਾ ਕਰਕੇ ਦਿਖਾਓਗੇ? ਹਾਂਜੀ ਬਿਲਕੁਲ। ਜਿਸ ਨੂੰ ਜਾਦੂ ਕਿਹਾ ਜਾਂਦਾ ਵਾ, ਅਸੀਂ ਉਸ ਨੂੰ ਹੱਥ ਦੀ ਸਫਾਈ ਕਹਿੰਦੇ ਆ। ਅਸੀਂ ਕਹਿੰਦੇ ਆ ਕਿ ਹੱਥ ਦੀ ਸਫਾਈ ਦੇ ਪਿੱਛੇ, ਇਸ ਜਾਦੂ ਦੇ ਪਿੱਛੇ ਸਾਡੀਆਂ ਜਿਹੜੀਆਂ ਆਈਟਮਾਂ ਵਾ ਉਸ ਦਾ ਸਪੈਸ਼ਲ ਹੋਣਾ, ਤਜਰਬਾ ਤੇ ਹੁਨਰ ਦਾ ਹੋਣਾ ਵਾ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੈਬੀ ਸ਼ਕਤੀ ਨਹੀਂ ਹੁੰਦੀ। ਅੱਜ ਮੈਂ ਤੁਹਾਡੇ ਸਾਹਮਣੇ 2 ਆਈਟਮਾਂ ਤੁਹਾਨੂੰ ਵਿਖਾਵਾਂਗਾ, ਜਿਸ ਤੋਂ ਦਰਸ਼ਕਾਂ ਨੂੰ ਇਹ ਪਤਾ ਲੱਗੇਗਾ ਕਿ ਇਹ ਸਿਰਫ ਹੱਥ ਦੀ ਸਫਾਈ ਹੈ, ਕਿਸੇ ਤਰ੍ਹਾਂ ਦਾ ਕੋਈ ਵੀ ਜਾਦੂ ਨਹੀਂ ਹੁੰਦਾ। ਠੀਕ ਹੈ ਜੀ। ਹੁਣ ਰਜਵੰਤ ਸਿੰਘ ਜੀ ਤੁਹਾਨੂੰ ਕੋਈ ਜਾਦੂ ਕਰਕੇ ਦਿਖਾਉਣਗੇ। ਉਹ ਜਾਦੂ ਨਹੀਂ, ਇੱਕ ਹੱਥ ਦੀ ਸਫਾਈ ਹੋਊਗੀ। ਦੇਖਦੇ ਹਾਂ ਕੀ ਦਿਖਾਉਂਦੇ ਨੇ। ਦਰਸ਼ਕੋ, ਮੇਰੇ ਕੋਲ 4 ਜਿਹੜੇ ਆ ਤਾਸ਼ ਦੇ ਪੱਤੇ ਆ। ਇਹ ਤੁਹਾਡੇ ਸਾਹਮਣੇ 4 ਤਾਸ਼ ਦੇ ਪੱਤੇ ਆ। ਉਸ ਤੋਂ ਬਾਅਦ ਮੈਂ ਇੱਕ ਇਸ ਪੱਤੇ ਨੂੰ ਬਦਲਾਂਗਾ। ਇੱਕ ਪੱਤੇ ਦੇ ਬਦਲਣ ਤੋਂ ਬਾਅਦ ਤੁਸੀਂ ਵੇਖੋਗੇ ਕਿ ਉਹ ਜਾਦੂ ਹੋਏਗਾ ਅਤੇ ਉਹਨਾਂ ਪੱਤਿਆਂ ਦੀ ਪੋਜੀਸ਼ਨ ਜਿਹੜੀ ਆ ਉਹ ਬਦਲ ਜਾਏਗੀ। ਉਸ ਤੋਂ ਬਾਅਦ ਫਿਰ ਇੱਕ ਪੱਤੇ ਦੀ ਅਦਲਾ ਬਦਲੀ ਕੀਤੀ ਜਾਏਗੀ। ਅਦਲਾ ਬਦਲੀ ਤੋਂ ਬਾਅਦ ਉਹ ਬਿਲਕੁਲ ਬਲੈਂਕਸ ਖਾਲੀ ਹੋ ਜਾਏਗਾ। ਫਿਰ ਉਸੇ ਪੋਜੀਸ਼ਨ ਦੇ ਵਿੱਚ ਉਸ ਨੂੰ ਲਿਆਉਣ ਦੇ ਲਈ ਇੱਕ ਪੱਤੇ ਦੀ ਫਿਰ ਤਬਦੀਲੀ ਕੀਤੀ ਜਾਏਗੀ। ਸੋ ਇਹੀ ਜਾਦੂ ਆ। ਆ ਕਲਾ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਚਾਨਣ ਪਾ ਦਿਓ ਕਿ ਕਿਸ ਤਰ੍ਹਾਂ ਹੋਇਆ।
ਅਸਲ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਕਿ ਕੋਈ ਵੀ ਜਾਦੂ ਛੋਟੇ ਤੋਂ ਲੈ ਕੇ ਵੱਡਾ ਜਾਦੂ, ਚਾਹੇ ਕਿਸੇ ਪੇਟੀ ਦੇ ਵਿੱਚ ਕਿਸੇ ਕੁੜੀ ਨੂੰ ਬੰਦ ਕਰ ਦਿੱਤਾ ਜਾਂਦਾ ਵਾ, ਉਸ ਨੂੰ ਜਿਉਂ ਦੀ ਤਿਉਂ ਕੱਢ ਦਿੱਤਾ ਜਾਂਦਾ ਵਾ, ਚਾਹੇ ਅੱਖਾਂ ਤੇ ਪੱਟੀ ਬੰਨ੍ਹ ਕੇ ਮੋਟਰਸਾਈਕਲ ਚਲਾਇਆ ਜਾਂਦਾ ਵਾ, ਜਾਂ ਵੱਡੇ ਤੋਂ ਵੱਡਾ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ। ਅਸੀਂ ਕਹਿੰਦੇ ਉਸ ਕਾਰਨ ਨੂੰ ਲੱਭਣਾ ਚਾਹੀਦਾ। ਜਿੱਥੋਂ ਤੱਕ ਇਸ ਤਾਸ਼ ਦੇ ਪੱਤਿਆਂ ਦੀ ਗੱਲ ਵਾ, ਇਹ ਸਪੈਸ਼ਲ ਜਿਹੜੇ ਪੱਤੇ ਅਸੀਂ ਬਣਾਏ ਹੋਏ ਆ, ਜਦੋਂ ਅਸੀਂ ਪਹਿਲੀ ਵਾਰ ਵਿਖਾਵਾਂਗੇ ਤਾਂ ਇਸ ਰੂਪ ਵਿੱਚ ਸਾਨੂੰ ਲੱਗੇਗਾ ਕਿ 5 ਜਿਹੜੀਆਂ ਵਾ ਪੰਜੀਆਂ ਵਾ। ਜਦੋਂ ਇੱਕ ਪੱਤੇ ਦੀ ਅਸੀਂ ਤਬਦੀਲੀ ਕਰਨੀ ਆ, ਉਹ ਵੀ ਸਾਡੇ ਤੋਂ ਸਪੈਸ਼ਲ ਤਾਸ਼ ਦਾ ਪੱਤਾ ਵਾ, ਉਸ ਨੂੰ ਅਸੀਂ ਇਸ ਰੂਪ ਦੇ ਵਿੱਚ ਰੱਖਾਂਗੇ। ਉਸ ਤੋਂ ਬਾਅਦ ਜਿਹੜਾ ਇਹ ਬਿਲਕੁਲ ਬਲੈਂਕ ਪੱਤਾ ਵਾ, ਇਸ ਨੂੰ ਅਸੀਂ ਇਸ ਦੇ ਉੱਪਰ ਰੱਖ ਦਿੱਤਾ ਜਾਏਗਾ ਤੇ ਬਿਲਕੁਲ ਇਸ ਤਰ੍ਹਾਂ ਦਾ ਹੋ ਜਾਏਗਾ। ਸੋ ਇਹੀ ਜਾਦੂ ਆ। ਇਸੇ ਤਰ੍ਹਾਂ ਹੀ ਜਾਦੂ ਜੇ ਸਕੂਲਾਂ ਦਿਖਾਏ ਜਾਂਦੇ। ਹਾਂਜੀ ਬਿਲਕੁਲ, ਜਿਹੜੇ ਜਾਦੂਗਰ ਆਉਂਦੇ ਆ ਉਹਨਾਂ ਦਾ ਮਤਲਬ ਸਿਰਫ ਜਾਦੂ ਦਾ ਮਨੋਰੰਜਨ ਕਰਨਾ ਵਾ ਤੇ ਪੈਸਾ ਕਮਾਉਣਾ ਵਾ, ਪਰ ਅਸੀਂ ਤਰਕਸ਼ੀਲ ਸੁਸਾਇਟੀ ਦੇ ਵੱਲੋਂ ਜਿਹੜੇ ਜਾਦੂ ਵਿਖਾਉਂਦੇ ਆ ਉਸ ਦੇ ਕਾਰਨਾਂ ਨੂੰ ਬਿਲਕੁਲ ਸਪਸ਼ਟ ਕਰਦੇ ਆ। ਜਾਦੂ ਦੀਆਂ ਜਿਹੜੀਆਂ ਸਾਡੀਆਂ ਤਰਕਸ਼ੀਲ ਸੁਸਾਇਟੀ ਦੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਤਾਬਾਂ ਵਾ, ਉਸ ਦੇ ਵਿੱਚ ਇਹ ਵੀ ਕਿਤਾਬਾਂ ਵਾ ਕਿ ਜਾਦੂ ਸਿੱਖੋ, ਉਸ ਨਾਲ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਜਾਦੂ ਵੀ ਸਿੱਖਦੇ ਆ। ਜਿਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਅਵੇਅਰਨੈਸ ਕਰਦੇ ਹੋ, ਤੇ ਕੋਈ ਹੋਰ ਵੀ ਆਈਟਮ ਜਿਹੜੀ ਆ ਦਿਖਾਓ ਜੀ। ਹਾਂਜੀ, ਇਹ ਮੇਰੇ ਤੋਂ ਇੱਕ ਅਖਬਾਰ ਵਾ, ਬਿਲਕੁਲ ਖਾਲੀ ਅਖਬਾਰ। ਇਹ ਵਿਖਾਉਣ ਦਾ ਮਕਸਦ ਇਹ ਆ ਕਿ ਦਰਸ਼ਕ ਇਹ ਨਾ ਸਮਝਣ ਕਿ ਇਸ ਅਖਬਾਰ ਦੇ ਵਿੱਚ ਕੁਝ ਲੁਕੋਇਆ ਹੋਇਆ ਵਾ। ਇਹ ਫੁੱਲਾਂ ਦੇ ਰੰਗ ਬਦਲਣ ਵਾਲੀ ਅਸੀਂ ਕਹਿ ਦਿੰਦੇ ਹਾਂ ਇੱਕ ਮਸ਼ੀਨ ਹੈ। ਇਸ ਮਸ਼ੀਨ ਦੇ ਵਿੱਚ ਫੁੱਲ ਜਿਹੜਾ ਪਾਇਆ ਜਾਏਗਾ ਉਸ ਦਾ ਰੰਗ ਜਿਹੜਾ ਵਾ ਉਹ ਬਦਲ ਜਾਏਗਾ। ਇਹ ਕਿਸ ਤਰ੍ਹਾਂ ਕਲਰ ਚੇਂਜ ਹੋ ਗਏ ਜੀ ਸਾਰੇ? ਆ ਵੀ ਦਿਖਾ ਦਿਓ। ਅਸਲ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਸਾਡੀ ਹਰ ਚੀਜ਼ ਜਿਹੜੀ ਆ ਸਪੈਸ਼ਲ ਬਣੀ ਹੋਈ ਆ। ਇਹ ਜਿਹੜਾ ਕਲਰ ਵਾ, ਇਸ ਦੇ ਵਿੱਚ ਇੱਕ ਹੋਰ ਫੁੱਲ ਵਾ। ਮਤਲਬ ਕਿ ਹਰ ਚੀਜ਼ ਦੀ ਸਪੈਸ਼ਲ ਜਿਹੜੀ ਬਣਤਰ ਹੁੰਦੀ ਆ। ਜਦੋਂ ਪਿੰਡਾਂ ਦੇ ਵਿੱਚ ਜਾਦੂਗਰ ਕੋਈ ਜਾਦੂ ਕਰਦਾ ਹੈਗਾ, ਜਾਂ ਪਖੰਡੀ ਸਾਧ ਆਪਣੇ ਸ਼ਰਧਾਲੂਆਂ ਨੂੰ ਉਤਸ਼ਾਹਿਤ ਕਰਨ ਦੇ ਲਈ, ਉਹਨਾਂ ਦੀ ਲੁੱਟ ਕਰਨ ਦੇ ਲਈ ਜਾਦੂ ਕਰਦਾ, ਤਾਂ ਉਹ ਕਿਸੇ ਕਿਤਾਬ ਤੋਂ ਪੜ੍ਹ ਕੇ ਜਾਂ ਤਰਕਸ਼ੀਲ ਸੁਸਾਇਟੀ ਦੇ ਮੇਲਿਆਂ ਤੇ ਪ੍ਰੋਗਰਾਮਾਂ ਦੇ ਵਿੱਚੋਂ ਵੇਖ ਕੇ ਜਨਤਾ ਨੂੰ ਬੁੱਧੂ ਬਣਾ ਕੇ ਲੋਕਾਂ ਨੂੰ ਲੁੱਟਦਾ ਵਾ। ਜਵੰਤ, ਜਿਸ ਤਰ੍ਹਾਂ ਕਈ ਲੋਕਾਂ ਜਿਸ ਤਰ੍ਹਾਂ ਅੱਧੇ ਸਿਰ ਦੀ ਦਰਦ ਕਹਿੰਦੇ ਆ, ਹਰ ਚੀਜ਼ ਦਾ ਧਾਗਾ ਟੋਟਕਾ ਬਣ ਗਿਆ। ਕੋਈ ਕਹਿੰਦਾ ਉਹ ਫਲਾਨਾ ਬਾਬਾ ਜਿਹੜਾ ਵਾ ਅੱਧੇ ਸਿਰ ਦੀ ਪੀੜ ਖਤਮ ਕਰ ਦਿੰਦਾ, ਦਰਦ ਹੁੰਦੀ ਹੋਵੇ ਤੇ ਉਹਨੂੰ ਧਾਗਾ ਪਾਉਂਦਾ ਵਾ। ਕੋਈ ਕਹਿੰਦਾ ਧਰਨ ਦਾ ਇਲਾਜ ਕਰਦਾ ਧਾਗਿਆਂ ਦੇ ਰਾਹੀਂ। ਇਸ ਸੰਬੰਧੀ ਕੀ ਕਹਿਣਾ ਚਾਹੁੰਦੇ? ਅਸਲ ਦੇ ਵਿੱਚ ਜਿੱਥੋਂ ਤੱਕ ਘੱਟੋ ਘੱਟ 65 ਤੋਂ 70% ਲੋਕ ਸਾਡੇ ਸਮਾਜ ਦੇ ਵਿੱਚ ਮਾਨਸਿਕ ਰੋਗੀ ਆ। ਸਾਡੇ ਸਰਕਾਰ ਦੀ ਤਰਾਸਦੀ ਇਹ ਆ ਕਿ ਸਾਡੇ ਹਸਪੀਟਲਾਂ ਦੇ ਵਿੱਚ ਮਾਨਸਿਕ ਰੋਗਾਂ ਦੇ ਡਾਕਟਰ ਹੋਣੇ ਚਾਹੀਦੇ ਆ। ਤੇ ਅਸੀਂ ਇਹ ਵੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਦੇ ਮਰੀਜ਼ ਜਿਹੜੇ ਕਹਿੰਦੇ ਆ ਕਿ ਸਾਡਾ ਬਲੱਡ ਪ੍ਰੈਸ਼ਰ ਘਟ ਗਿਆ, ਸਾਡਾ ਸਿਰ ਦਰਦ ਹੋ ਗਿਆ, ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਤਾਂ ਉਹਨਾਂ ਦੇ ਬਲੱਡ ਟੈਸਟ ਦੇ ਵਿੱਚ, ਐਕਸ-ਰੇ ਦੇ ਵਿੱਚ, ਅਲਟਰਾਸਾਊਂਡ ਦੇ ਵਿੱਚ ਕੋਈ ਵੀ ਨੁਕਸ ਨਹੀਂ ਆਉਂਦਾ, ਜਦ ਕਿ ਉਹ ਬਿਮਾਰ ਹੁੰਦੇ ਆ। ਉਹ ਡਾਕਟਰਾਂ ਤੋਂ ਵੀ ਦਵਾਈ ਲਈ ਜਾਂਦੇ ਹੈਗੇ ਆ। ਸੋ ਇਹ ਮਾਨਸਿਕ ਪਰੇਸ਼ਾਨੀਆਂ ਆਰਥਿਕ ਕਾਰਨਾਂ ਕਰਕੇ ਹੁੰਦੀਆਂ, ਸਮਾਜਿਕ ਕਾਰਨਾਂ ਕਰਕੇ ਹੁੰਦੀਆਂ, ਜਦ ਕਿ ਸਮਾਜਿਕ ਅਤੇ ਆਰਥਿਕ ਕਾਰਨਾਂ ਨੂੰ ਦੂਰ ਕਰਕੇ ਹੀ ਅਸੀਂ ਇਸ ਮਸਲੇ ਦਾ ਹੱਲ ਕਰਦੇ ਹਾਂ। ਅਤੇ ਜਿਹੜਾ ਇਹ ਕਹਿ ਰਿਹਾ ਕਿ ਧਰਨ ਦੀ ਦਵਾਈ ਦਿੱਤੀ ਜਾਂਦੀ ਆ ਜਾਂ ਮੇਰੀਆਂ ਚੌਂਕੀਆਂ ਭਰਨ ਦੇ ਨਾਲ ਉਸ ਵਿਅਕਤੀ ਦਾ ਇਹ ਕੋਈ ਨੁਕਸ ਠੀਕ ਹੋ ਜਾਏਗਾ, ਉਸ ਦੀ ਪ੍ਰੋਬਲਮ ਠੀਕ ਹੋ ਜਾਏਗੀ, ਜਾਂ ਉਹ ਆਰਥਿਕ ਤੌਰ 'ਤੇ ਜਿਹੜਾ ਵਾ ਤਾਕਤਵਰ ਹੋ ਜਾਏਗਾ, ਇਹ ਬਿਲਕੁਲ ਝੂਠ ਵਾ। ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਸੱਚਾਈ ਨਹੀਂ ਹੁੰਦੀ, ਕਿਉਂਕਿ ਇਹਨਾਂ ਦਾ ਮਕਸਦ ਸਿਰਫ ਤੇ ਸਿਰਫ ਲੋਕਾਂ ਦੀ ਆਰਥਿਕ, ਮਾਨਸਿਕ
ਇੱਥੋਂ ਤੱਕ ਕਿ ਕੁਝ ਡੇਰਿਆਂ ਵਿੱਚ ਸਰੀਰਕ ਲੁੱਟ ਵੀ ਕੀਤੀ ਜਾਂਦੀ ਆ। ਇਸ ਤੋਂ ਇਲਾਵਾ ਇਸ ਵਿੱਚ ਕੋਈ ਜਿਸ ਤਰ੍ਹਾਂ ਤੁਸੀਂ ਆਰਥਿਕ ਤੌਰ ਦੀ ਗੱਲ ਕੀਤੀ ਹੈ ਤੇ ਮਹਿੰਗਾਈ ਦਾ ਯੁੱਗ ਆ, ਲੋਕ ਆਰਥਿਕ ਤੌਰ ਤੇ ਸਾਰੇ ਹੀ ਤੰਗ ਆ, ਤੇ ਕੀ ਉਹ ਜਿਸ ਤਰ੍ਹਾਂ ਉਹ ਕਹਿੰਦੇ ਆ ਵੀ ਸਾਡੇ ਕੋਲ ਚੌਂਕੀਆਂ ਭਰੋ ਤੇ ਤੁਹਾਡੀ ਆਰਥਿਕ ਤੌਰ ਤੇ ਤੁਹਾਡਾ ਕਾਰੋਬਾਰ ਵਧੀਆ ਹੋ ਜਾਊਗਾ, ਤੁਹਾਨੂੰ ਹਰ ਚੀਜ਼ ਦੀ ਸੁੱਖ ਸਹੂਲਤ ਮਿਲ ਜਾਊਗੀ? ਅਸੀਂ ਇਹ ਵੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਦਾ ਉਹ ਪ੍ਰਚਾਰ ਕਰਦੇ ਆ ਕਿ ਆਰਥਿਕ ਤੌਰ ਤੇ ਤੁਸੀਂ ਮਜ਼ਬੂਤ ਹੋ ਜਾਏਗੇ, ਪਰ ਅਸੀਂ ਇਹ ਵੇਖਿਆ ਕਿ ਉਹ ਡੇਰੇਦਾਰ ਤੇ ਬਿਲਕੁਲ ਆਰਥਿਕ ਤੌਰ ਤੇ ਮਜ਼ਬੂਤ ਹੋ ਜਾਂਦੇ ਆ। ਉਦਾਹਰਨ ਦੇ ਤੌਰ ਤੇ ਜਦੋਂ ਕਿਸੇ ਮੰਨ ਲਓ ਕਿ ਕਿਸੇ ਦੁੱਧ ਚੜਾਇਆ ਜਾਂਦਾ ਕਿਸੇ ਜਗ੍ਹਾ ਦੇ ਉੱਪਰ, ਕਿਸੇ ਬਾਬੇ ਦੇ ਡੇਰੇ ਦੇ ਵਿੱਚ ਦੁੱਧ ਲਿਆ ਜਾਂਦਾ, ਉੱਥੇ ਖੀਰ ਬਣਾ ਕੇ ਭੇਜੀ ਜਾਂਦੀ ਆ, ਤੇ ਸਾਡੇ ਘਰਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਦੁੱਧ ਬਿਲਕੁਲ ਨਹੀਂ ਮਿਲਦਾ। ਤੇ ਜਦੋਂ ਇਸ ਤਰ੍ਹਾਂ ਦੇ ਥਾਵਾਂ ਤੇ ਔਰਤਾਂ ਜਾਂਦੀਆਂ ਤੇ ਉਹ ਜਦੋਂ ਇਹ ਕਹਿੰਦੀਆਂ ਕਿ ਉਸ ਬਾਬਾ ਜਿਸ ਕੋਲ ਅਸੀਂ ਜਾਂਦੇ ਆ ਉਸ ਦੇ ਚਿਹਰੇ ਦਾ ਰੰਗ ਬੜਾ ਭਖਦਾ ਵਾ, ਬੜਾ ਲਾਲ ਵਾ, ਉਹ ਨੂਰ ਹੈ, ਨੂਰ ਹੈ, ਰੱਬੀ ਨੂਰ ਹੈ, ਰੱਬੀ ਨੂਰ ਵਾ। ਅਸੀਂ ਉਹ ਲੋਕਾਂ ਨੂੰ ਇਹ ਸਲਾਹ ਦਿੰਦੇ ਆ, ਉਹਨਾਂ ਨੂੰ ਇਹ ਸਮਝਾਉਂਦੇ ਆ, ਸਕੂਲਾਂ ਤੇ ਕਾਲਜਾਂ ਦੇ ਲੈਕਚਰਾਂ ਦੇ ਵਿੱਚ ਬੱਚਿਆਂ ਨੂੰ ਇਹ ਦੱਸਦੇ ਆ ਕਿ ਜਿਹੜਾ ਦੁੱਧ ਕਾੜ ਕੇ ਪੀਂਦਾ, ਜਿਹੜਾ ਖੀਰ ਤੇ ਬਦਾਮ ਖਾਂਦਾ, ਚਿਹਰੇ ਦਾ ਰੰਗ ਉਹਦਾ ਲਾਲ ਹੋਏਗਾ ਤੇ ਤੁਹਾਡਾ ਲਾਲ ਹੋਏਗਾ। ਅਸੀਂ ਤਰਕਸ਼ੀਲ ਸੁਸਾਇਟੀ ਦੇ ਵੱਲੋਂ ਇੱਕ ਤਰਕਸ਼ੀਲ ਵੈਨ ਪਿਛਲੇ 5 ਸਾਲਾਂ ਦੇ ਵਿੱਚ ਸਾਡੇ ਪੰਜਾਬ ਦੇ ਕੋਨੇ-ਕੋਨੇ ਤੇ ਜਾਂਦੀ ਆ। ਅਸੀਂ ਆਪਣੇ ਤਰਨਤਾਰਨ ਇਲਾਕੇ ਦੇ ਵਿੱਚ ਹੀ ਤਕਰੀਬਨ ਸਾਰੇ ਹੀ ਸਕੂਲ ਤੇ ਕਾਲਜ ਜਿਹੜੇ ਆ ਉਹ ਕਵਰ ਕੀਤੇ ਹੋਏ ਆ। ਉੱਥੇ ਬੱਚਿਆਂ ਨੂੰ ਅਸੀਂ ਸਹੀ ਢੰਗ ਦੇ ਨਾਲ ਐਜੂਕੇਟ ਕਰਦੇ ਆ ਕਿ ਇਹਨਾਂ ਪਖੰਡੀ ਸਾਧਾਂ ਸੰਤਾਂ ਦੀ ਲੁੱਟ ਤੋਂ ਬਚਣਾ ਕਿਵੇਂ ਆ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਾਧਾਂ ਦੀ ਲੁੱਟ ਖਸੁੱਟ ਤੋਂ ਬਚਣਾ ਚਾਹੀਦਾ, ਪਰ ਲੋਕ ਕਈ ਇੱਥੇ ਤੱਕ ਕਹਿੰਦੇ ਆ ਕਿ ਜੇ ਤਰਕਸ਼ੀਲ ਵਾਲੇ ਪਰਮਾਤਮਾ ਨੂੰ ਨਹੀਂ ਮੰਨਦੇ। ਅਸਲ ਵਿੱਚ ਇਹ ਅਲੱਗ ਵਿਸ਼ਾ ਹੈਗਾ ਵਾ। ਜਿੱਥੋਂ ਤੱਕ ਧਰਮ ਦੀ ਗੱਲ ਹੈਗੀ ਆ, ਕਈ ਕਹਿੰਦੇ ਨੇ ਧਰਮ ਨੂੰ ਨਹੀਂ ਮੰਨਦੇ, ਇਹ ਹਰ ਇੱਕ ਵਿਅਕਤੀ ਦਾ ਜਿਹੜਾ ਵਾ ਨਿੱਜੀ ਮਸਲਾ ਹੈਗਾ ਵਾ। ਧਰਮ ਦਾ ਮਤਲਬ ਹੈ ਸੱਚ ਤੇ ਪਹਿਰਾ ਦੇਣਾ। ਤਾਂ ਅਸੀਂ ਆਪਣੇ ਵਿਸ਼ਵਾਸ ਨਾਲ ਕਹਿੰਦੇ ਆ ਕਿ ਸਮਾਜ ਦੇ ਵਿੱਚੋਂ ਵਹਿਮਾਂ ਭਰਮਾਂ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਅਸੀਂ ਆਪਣਾ ਧਰਮ ਜਿਹੜਾ ਵਾ ਉਹ ਨਿਭਾ ਰਹੇ ਹਾਂ। ਜਿੱਥੋਂ ਤੱਕ ਰੱਬ ਦੀ ਗੱਲ ਵਾ, ਜਨਤਕ ਤੌਰ ਤੇ ਅਸੀਂ ਕੋਈ ਬਹੁਤੀ ਕਿਸੇ ਨਾਲ ਬਹਿਸ ਨਹੀਂ ਕਰਦੇ। ਕੋਈ ਵੀ ਵਿਅਕਤੀ ਕਿਸੇ ਵੀ ਰੱਬ ਨੂੰ ਮੰਨੇ, ਕਿਸੇ ਵੀ ਧਰਮ ਨੂੰ ਮੰਨੇ, ਉਸ ਨਾਲ ਸਾਡਾ ਕਿਸੇ ਤਰ੍ਹਾਂ ਦਾ ਵਾ ਕੋਈ ਵੀ ਮਸਲਾ ਨਹੀਂ। ਪਰ ਅਸੀਂ ਇਹ ਕਹਿੰਦੇ ਆ ਕਿ ਜੇਕਰ ਰੱਬ ਹੈਗਾ ਫਿਰ ਤੇ ਬਲਾਤਕਾਰ ਨਹੀਂ ਹੋਣੇ ਚਾਹੀਦੇ, ਫਿਰ ਕਿਸੇ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ, ਫਿਰ ਤੇ ਗਰੀਬੀ ਤੇ ਅਮੀਰੀ ਦਾ ਪਾੜਾ ਜਿਹੜਾ ਵਾ ਖਤਮ ਹੋ ਜਾਣਾ ਚਾਹੀਦਾ। ਫਿਰ ਅਸੀਂ ਇਸ ਤਰ੍ਹਾਂ ਦੇ ਰੱਬ ਨੂੰ ਨਹੀਂ ਮੰਨਦੇ। ਰਜਵੰਤ ਜੀ, ਤੁਸੀਂ ਜਿਸ ਤਰ੍ਹਾਂ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਆ, ਤੇ ਅਖੀਰ ਵਿੱਚ ਤੁਸੀਂ ਸਮਾਜ ਵਿੱਚ ਲੋਕਾਂ ਨੂੰ ਕੀ ਅਵੇਅਰਨੈਸ ਦੇਣਾ ਚਾਹੁੰਦੇ ਜੇ ਆਪਣੇ ਵੱਲੋਂ, ਆਪਣੀ ਸੁਸਾਇਟੀ ਵੱਲੋਂ ਕਿਸ ਤਰ੍ਹਾਂ ਦੱਸਣਾ ਚਾਹੀਦਾ, ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਦਾ ਤੁਸੀਂ ਸੁਝਾਅ ਦੇਣਾ ਚਾਹੁੰਦੇ ਜੇ ਜਿਸ ਤਰ੍ਹਾਂ ਲੋਕ ਇਹਨਾਂ ਪਖੰਡੀਆਂ ਦੇ ਪਿੱਛੇ ਲੱਗ ਜਾਂਦੇ? ਨੌਜਵਾਨ ਪੀੜ੍ਹੀ ਨੂੰ ਅਸੀਂ ਇਹ ਕਹਿੰਦੇ ਆ ਕਿ ਹਰ ਮਸਲੇ ਨੂੰ, ਹਰ ਗੱਲ ਨੂੰ ਤਰਕ ਦੀ ਕਸੌਟੀ ਤੇ ਪਰਖਿਆ ਜਾਵੇ। ਜੇਕਰ ਅਸੀਂ ਵਿਗਿਆਨਕ ਤਰੀਕੇ ਦੇ ਨਾਲ ਹਰ ਗੱਲ ਨੂੰ ਸੋਚਦੇ ਆ, ਸਮਝਦੇ ਆ, ਫਿਰ ਉਸ ਮਸਲੇ ਦਾ ਬਿਲਕੁਲ ਹੱਲ ਹੋ ਜਾਂਦਾ ਵਾ। ਜਿਵੇਂ ਪਖੰਡੀ ਸਾਧਾਂ ਤੋਂ ਲੋਕ ਜਾਂਦੇ ਆ, ਲੋਕਾਂ ਦਾ ਸਵਾਲ ਕਰਨ ਦਾ ਜਿਹੜਾ ਅੰਦਾਜ਼ ਵਾ ਉਹ ਸਾਨੂੰ ਨਹੀਂ ਚੰਗਾ ਲੱਗਦਾ। ਲੋਕ ਕੀ ਪੁੱਛਦੇ ਆ ਕਿ ਮੇਰਾ ਬੱਚਾ ਪਾਸ ਹੋਏਗਾ ਜਾਂ ਨਹੀਂ, ਮੈਂ ਵਿਦੇਸ਼ ਜਾਵਾਂਗਾ ਨਹੀਂ, ਮੁੰਡਾ ਪੈਦਾ ਹੋਏਗਾ ਜਾਂ ਨਹੀਂ। ਲੋਕਾਂ ਦਾ ਸਵਾਲ ਸਿਰਫ ਇੱਕ ਹੁੰਦਾ ਜਿਸ ਦਾ ਜਵਾਬ ਹਾਂ ਜਾਂ ਨਾ ਦੇ ਵਿੱਚ ਹੁੰਦਾ ਵਾ। ਪਰ ਅਸੀਂ ਨੌਜਵਾਨ ਪੀੜ੍ਹੀ ਨੂੰ ਇਹ ਕਹਿੰਦੇ ਆ, ਸਕੂਲਾਂ ਤੇ ਕਾਲਜਾਂ ਵਿੱਚ ਜਦੋਂ ਲੈਕਚਰ ਕਰਦੇ ਆ, ਉਹਨਾਂ ਨੂੰ ਇਹ ਕਹਿੰਦੇ ਆ ਕਿ ਇਹਨਾਂ ਪਖੰਡੀ ਸਾਧਾਂ ਬਾਬਿਆਂ ਦੇ ਡੇਰੇ ਤੇ ਜਾਓ, ਪਰ ਸਵਾਲ ਦਾ ਅੰਦਾਜ਼ ਜਿਹੜਾ ਤੁਹਾਡੀ ਪਿਛਲੀ ਪੀੜ੍ਹੀ ਨਾਲੋਂ ਅਲੱਗਾ ਹੋਣਾ ਚਾਹੀਦਾ। ਤੁਸੀਂ ਉਹਨਾਂ ਨੂੰ ਇਹ ਪੁੱਛੋ ਕਿ ਮੇਰੀ ਜਨਮ ਤਰੀਕ ਕਿੰਨੀ ਹੈ, ਮੇਰੇ 8ਵੀਂ ਜਾਂ 10ਵੀਂ ਵਿੱਚੋਂ ਨੰਬਰ ਕਿੰਨੇ ਆ। ਜੇਕਰ ਦੁਨੀਆ ਦਾ ਕੋਈ ਵੀ ਬਾਬਾ, ਦੁਨੀਆ ਦਾ ਕੋਈ ਵੀ ਸਾਧ ਇਹ ਦੱਸ ਦਿੰਦਾ ਹੈਗਾ ਵਾ ਤਾਂ ਫਿਰ ਉਸ ਨੂੰ ਤੁਸੀਂ ਮੰਨ ਸਕਦੇ ਜੇ ਕਿ ਉਸ ਦੇ ਵਿੱਚ ਸ਼ਕਤੀ ਆ। ਪਰ ਸਾਨੂੰ ਦ੍ਰਿੜ ਵਿਸ਼ਵਾਸ ਵਾ, ਪੂਰਨ ਨਿਸ਼ਚਾ ਵਾ, ਜਦੋਂ ਤੱਕ ਸੂਰਜ ਪੂਰਬ ਦੇ ਵਿੱਚੋਂ ਨਿਕਲੇਗਾ, ਧਰਤੀ ਘੁੰਮਦੀ ਰਹੇਗੀ, ਕੋਈ ਵੀ ਵਿਅਕਤੀ ਸਾਡੇ ਦਿਲ ਦੀ ਗੱਲ, ਸਾਡੇ ਮਨ ਦੀ ਗੱਲ ਨਹੀਂ ਦੱਸ ਸਕਦਾ। ਜਿਸ ਤਰ੍ਹਾਂ ਲੋਕ ਪੀੜਤ ਇਹਨਾਂ ਬਾਬਿਆਂ ਤੋਂ, ਪਖੰਡੀ ਸਾਧਾਂ ਤੋਂ ਪੀੜਤ ਹੋਏ ਲੋਕ, ਉਹਨਾਂ ਦੀ ਫਿਰ ਤੁਸੀਂ ਕਿਸ ਤਰ੍ਹਾਂ ਮਦਦ ਕਰਦੇ? ਇਹਨਾਂ ਪਖੰਡੀ ਸਾਧਾਂ ਤੋਂ ਪੀੜਤ ਵਿਅਕਤੀਆਂ ਨੂੰ ਜਿਹੜਾ ਸਾਡਾ ਪ੍ਰੋਸੈਸ ਵਾ, ਅਸੀਂ ਉਹਨਾਂ ਤੋਂ ਜੇਕਰ ਠੱਗੀ ਵੱਜੀ ਹੈਗੀ ਆ ਜਾਂ ਕਿਸੇ ਵੀ ਤਰ੍ਹਾਂ ਦਾ ਉਹਦਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਹੋਈ ਆ, ਉਹਨਾਂ ਤੋਂ ਅਸੀਂ ਐਫੀਡੈਵਿਟ ਲੈਂਦੇ ਆ। ਫਿਰ ਐਫੀਡੈਵਿਟ ਲੈ ਕੇ ਪੁਲਿਸ ਦੀ ਮਦਦ ਦੇ ਨਾਲ ਤੇ ਪੰਚਾਇਤ ਦੇ ਨੁਮਾਇੰਦੇ ਲੈ ਕੇ ਜਨਤਾ ਦਾ ਭਾਰੀ ਇਕੱਠ ਕਰਕੇ ਉਸ ਬਾਬੇ ਦੇ ਨਾਲ ਸਿੱਧੇ ਰੂਪ ਦੇ ਵਿੱਚ ਗੱਲ ਕਰਦੇ ਆ ਤੇ ਉਹੀ ਅਸੀਂ ਆਪਣੀਆਂ 23 ਸ਼ਰਤਾਂ ਦੇ ਵਿੱਚੋਂ ਕੋਈ ਵੀ ਇੱਕ ਸ਼ਰਤ ਪੂਰੀ ਕਰਨ ਦੀ ਚੁਣੌਤੀ ਦਿੰਦੇ ਆ। ਸਾਡੀਆਂ ਸ਼ਰਤਾਂ ਕੋਈ ਐਡੀਆਂ ਵੱਡੀਆਂ ਨਹੀਂ ਕਿ ਅਸੀਂ ਮਾਊਂਟ ਐਵਰੈਸਟ ਦੀ ਚੋਟੀ ਤੇ ਚੜ੍ਹਨ ਦੀ ਗੱਲ ਕਰੀਏ। ਅਸੀਂ ਕਹਿੰਦੇ ਆ ਕਿ ਅਸੀਂ ਸਾਡੇ ਹੱਥ ਦੇ ਵਿੱਚ ਇੱਕ ਨੋਟ ਫੜਿਆ, ਉਸ ਨੋਟ ਦਾ ਬਾਬਾ ਨੰਬਰ ਹੀ ਦੱਸ ਜਾਵੇ। ਕਈ ਲੋਕ ਵਹਿਮਾਂ ਭਰਮਾਂ ਵਿੱਚ ਰਹਿੰਦੇ, ਜਿਸ ਤਰ੍ਹਾਂ ਆਪਾਂ ਕਹਿੰਦੇ ਆ ਜਾ ਰਹੇ ਆ, ਆਪਾਂ ਕੋਈ ਜ਼ਰੂਰੀ ਕੰਮ ਜਾ ਰਹੇ ਆ, ਕੋਈ ਰਿਸ਼ਤੇਦਾਰਾਂ ਜਾ ਰਹੇ ਆ, ਜਾਂ ਆਪਣੇ ਕੋਈ ਪਰਸਨਲ ਕੰਮ ਜਾ ਰਹੇ ਆ, ਕੋਈ
ਛਿੱਕ ਵੱਜ ਜਾਂਦੀ ਜਾਂ ਬਿੱਲੀ ਦਾ ਕੱਟਣਾ, ਇਸ ਸੰਬੰਧੀ ਕੀ ਕਹਿਣਾ ਚਾਹੁੰਦੇ? ਅਸੀਂ ਇਹ ਕਹਿੰਦੇ ਹਾਂ ਕਿ ਕਿਸੇ ਵੀ ਕੰਮ ਦਾ ਹੋਣਾ ਜਾਂ ਨਾ ਹੋਣਾ ਬਿੱਲੀ ਦਾ ਰਸਤਾ ਕੱਟਣ ਦੇ ਨਾਲ ਜਾਂ ਛਿੱਕ ਵੱਜਣ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਸੰਬੰਧ ਨਹੀਂ ਹੁੰਦਾ। ਛਿੱਕ ਵੱਜਣ ਦੇ ਕਾਰਨ ਅਸੀਂ ਨੌਜਵਾਨ ਪੀੜ੍ਹੀ ਨੂੰ ਇਹੀ ਕਹਿੰਦੇ ਹਾਂ ਕਿ ਛਿੱਕ ਵੱਜਦੀ ਕਿਉਂ ਆ। ਛਿੱਕ ਵੱਜਦੀ ਤਾਂ ਵਾ ਕਿ ਜਦੋਂ ਸਾਡੇ ਸਾਹ ਰਸਤੇ ਦੇ ਵਿੱਚ ਧੂੜ ਮਿੱਟੀ ਕਣ ਫਸ ਜਾਂਦੇ ਆ, ਸਾਡੇ ਸਰੀਰ ਦਾ ਸਿਸਟਮ ਇਸ ਤਰ੍ਹਾਂ ਦਾ ਬਣਿਆ ਹੋਇਆ ਵਾ, ਉਸ ਨੂੰ ਕੱਢਣਾ ਚਾਹੁੰਦਾ ਤਾਂ ਉਹ ਛਿੱਕਾਂ ਆ ਜਾਂਦੀਆਂ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ ਬੱਚੇ ਨੂੰ ਛਿੱਕ ਆਉਂਦੀ ਆ, ਉਸ ਦੇ ਲਾਗੇ ਕੋਈ ਬੈਠਾ ਹੋਇਆ ਤਾਂ ਉਹ ਕਹਿੰਦਾ ਕਿ ਜੇਕਰ ਮਾਂ ਬੈਠੀ ਆ, ਮਾਂ ਇਹ ਕਹਿੰਦੀ ਆ, ਮਾਂ ਦੇ ਮਨ ਵਿੱਚ ਜੇਕਰ ਇਹ ਤਾਂਗ ਹੋਵੇ ਪੇਕੇ ਘਰ ਜਾਣ ਦੀ, ਤਾਂ ਮਾਂ ਕਹਿੰਦੀ ਆ ਕਿ ਮਾਮੇ ਨੇ ਯਾਦ ਕੀਤਾ। ਇੱਕ ਹੋਰ ਛਿੱਕ ਵੱਜਦੀ ਆ ਤੇ ਮਾਂ ਕਹਿੰਦੀ ਆ ਮਾਸੀ ਨੇ ਯਾਦ ਕੀਤਾ। ਤੁਸੀਂ ਇਹ ਵੇਖੋ ਕਿ ਉਸੇ ਛਿੱਕ ਨੂੰ ਚੰਗੇ ਬੰਨੇ ਜੋੜ ਦਿੱਤਾ ਜਾਂਦਾ ਤੇ ਉਸੇ ਛਿੱਕ ਨੂੰ ਕੰਮ ਨਾ ਹੋਣ ਦੇ ਨਾਲ ਜੋੜ ਦਿੱਤਾ ਜਾਂਦਾ। ਅਸੀਂ ਤਾਂ ਹੀ ਜਨਤਾ ਨੂੰ ਕਹਿੰਦੇ ਆ ਕਿ ਹਰ ਗੱਲ ਨੂੰ ਸੋਚੋ ਸਮਝੋ ਤੇ ਫਿਰ ਪਰਖੋ। ਜਿਸ ਤਰ੍ਹਾਂ ਬਿੱਲੀ ਦੇ ਰਸਤਾ ਕੱਟਣ ਦੀ ਗੱਲ ਹੈਗੀ ਆ, ਬਿੱਲੀ ਇੱਕ ਸ਼ਰਮਾਕਲ ਜੀ ਜਾਨਵਰ ਵਾ, ਡਰਾਕਲ ਜੀ ਜਾਨਵਰ ਵਾ। ਇਨਸਾਨ ਨੂੰ ਵੇਖ ਕੇ ਜਿੱਧਰੋਂ ਆਉਂਦੀ ਆ ਉਸੇ ਬੰਨੇ ਚਲੇ ਜਾਂਦੀ ਆ। ਜੇਕਰ ਸ਼ੇਰ ਹੋਵੇ ਜਾਂ ਕੋਈ ਹੋਰ ਜਾਨਵਰ ਹੋਵੇ, ਇਹ ਸੋਚੋ ਕਿ ਕੀ ਉਹ ਰਸਤਾ ਕੱਟੇਗਾ। ਸੋ ਹਰ ਵਿਸ਼ੇ ਤੇ, ਚਾਹੇ ਉਹ ਦਰਵਾਜ਼ਿਆਂ ਵਿੱਚ ਤੇਲ ਪਾਉਣ ਦੀ ਗੱਲ ਹੈਗੀ ਆ ਜਾਂ ਜਿਸ ਤਰ੍ਹਾਂ ਦੇ ਸਾਡੇ ਸਮਾਜ ਦੇ ਵਿੱਚ ਅੰਧ ਵਿਸ਼ਵਾਸ ਵਾ, ਉਹ ਸਮੇਂ ਦੇ ਨਾਲ ਵਹਾ ਚੁੱਕੀਆਂ ਰਸਮਾਂ ਰਿਵਾਜ਼ਾਂ ਨੂੰ ਸੋਚਣ ਤੇ ਸਮਝਣ ਦੀ ਲੋੜ ਵਾ। ਜਿਸ ਤਰ੍ਹਾਂ ਬਿੱਲੀ ਕੱਟਣ ਦਾ ਤੇ ਅਪਸ਼ਗਨ ਮੰਨਿਆ ਜਾਂਦਾ, ਤੇ ਜੇ ਕਿਸੇ ਲਈ ਕਿਹਾ ਜਾਂਦਾ ਕਿ ਦੀਵਾਲੀ ਵਾਲੇ ਦਿਨ ਜੇ ਬਿੱਲੀ ਜਿਹੜੀ ਆ ਸਾਹਮਣੇ ਦਰਸ਼ਨ ਹੋ ਜਾਂਦੀ, ਜੋ ਮੰਗੋ ਉਹ ਮਿਲ ਜਾਂਦਾ। ਹਾਂ, ਇਹੀ ਗੱਲ ਵਾ ਕਿ ਹਰ ਗੱਲ ਨੂੰ ਅਸੀਂ ਆਪਣੇ ਢੰਗ ਦੇ ਨਾਲ ਹੀ ਸੋਚਦੇ ਹਾਂ। ਪਿਛਲੇ ਸਮੇਂ ਵਿੱਚ ਜਿਹੜੇ ਵਹਿਮ ਭਰਮ ਬਣੇ ਸੀ, ਉਹ ਸਮੇਂ ਦੀ ਲੋੜ ਸੀ। ਜਿਵੇਂ ਦਰਵਾਜ਼ਿਆਂ ਦੇ ਵਿੱਚ ਤੇਲ ਪਾਇਆ ਜਾਂਦਾ ਸੀ, ਉਹ ਅਸਲ ਵਿੱਚ ਦਰਵਾਜ਼ਿਆਂ ਦਾ ਸਿਸਟਮ ਸਾਡਾ ਇਸ ਤਰ੍ਹਾਂ ਦਾ ਬਣਿਆ ਹੋਇਆ ਹੁੰਦਾ ਸੀ। ਜੇਕਰ ਅਸੀਂ ਕੁਝ ਦਿਨ ਬਾਅਦ ਉੱਥੇ ਤੇਲ ਨਹੀਂ ਸਾਂ ਪਾਉਂਦੇ, ਸਾਡੇ ਦਰਵਾਜ਼ੇ ਖੋਲ੍ਹਦੇ ਨਹੀਂ ਸੀ। ਸਾਡਾ ਪੰਜਾਬ ਦਾ ਸਿਸਟਮ ਇਸ ਤਰ੍ਹਾਂ ਦਾ ਵਾ, ਅਸੀਂ ਬੜੇ ਮਹਿਮਾਨ ਨਵਾਜ਼ੀਆਂ। ਤੇ ਪਿਛਲੇ ਸਮੇਂ ਦੇ ਵਿੱਚ ਕੋਈ ਸਾਈਕਲ, ਸਕੂਟਰ, ਮੋਟਰਸਾਈਕਲ ਤੋਂ ਪਹਿਲਾਂ ਦੀ ਗੱਲ, ਕਾਰਾਂ ਤੋਂ ਪਹਿਲਾਂ ਦੀ ਗੱਲ, ਸਾਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਸੀ ਕਿ ਇਹ ਜੋ ਮਹਿਮਾਨ ਆ ਰਿਹਾ ਸਾਡੇ ਘਰ ਵਿੱਚ ਆ ਰਿਹਾ। ਤੇ ਜਿਹੜੇ ਘਰ ਦੇ ਮੁਖੀ ਸੀ, ਉਹ ਬੱਚਿਆਂ ਨੂੰ ਕਹਿ ਦਿੰਦੇ ਸੀ ਕਿ ਉਸ ਦੇ ਵਿੱਚ ਤੇਲ ਪਾ ਲਓ ਤਾਂ ਜੋ ਦਰਵਾਜ਼ਾ ਖੁੱਲ੍ਹ ਜੇ। ਸਮੇਂ ਨੇ ਤਰੱਕੀ ਕੀਤੀ, ਦਰਵਾਜ਼ੇ ਵਧੀਆ ਬਣਨੇ ਸ਼ੁਰੂ ਕਰਤੇ, ਰਿਮੋਟ ਕੰਟਰੋਲ ਦੇ ਨਾਲ ਦਰਵਾਜ਼ੇ ਬਣਨੇ ਸ਼ੁਰੂ ਹੋ ਗਏ, ਪਰ ਸਾਡਾ ਦਿਮਾਗ ਅਜੇ ਵੀ ਤੇਲ ਪਾਉਣ ਤੇ ਜਿਉਂ ਦੀ ਤਿਉਂ ਹੀ। ਸਰ, ਅੱਜ ਵੀ ਆਪਾਂ ਕੋਈ ਘਰ ਵਿੱਚ ਚੀਜ਼ ਲੈ ਕੇ ਆਉਂਦੇ ਹਾਂ, ਕੀਮਤੀ ਚੀਜ਼ ਲੈ ਕੇ ਆਉਂਦੇ ਹਾਂ, ਤੇ ਤਾਂ ਵੀ ਤਾਂ ਆਪਾਂ ਚਿਲ ਚਾਹੁੰਦੇ ਹਾਂ। ਇਹ ਬੜੀ ਅਜੀਬ ਸਥਿਤੀ ਹਾਸੋਹੀਣੀ ਬਣ ਜਾਂਦੀ ਆ ਜਦੋਂ ਸਾਡੇ ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਆ। ਪਿੱਛੇ ਅਸੀਂ ਬੋਰ ਕਰਾਇਆ ਤੇ ਉਹ ਬੋਰ ਕਰਨ ਵਾਲਾ ਵਿਅਕਤੀ ਮੈਨੂੰ ਕਹਿੰਦਾ ਕਿ ਇੱਥੇ ਤੇਲ ਚੋਇਆ ਜਾਵੇ ਤੇ ਕੋਈ ਮਠਿਆਈ ਖਵਾਈ ਜਾਵੇ। ਉਸ ਨੂੰ ਮੈਂ ਕਿਹਾ ਕਿ ਤੈਨੂੰ ਬੋਰ ਕਰਨ ਦਾ ਤਜਰਬਾ ਹੈਗਾ, ਤੇਰੀ ਮਸ਼ੀਨ ਸਹੀ ਆ। ਉਹ ਮੈਂ ਕਿਹਾ ਜੇਕਰ ਤੈਨੂੰ ਬੋਰ ਕਰਨ ਦਾ ਤਜਰਬਾ ਵਾ, ਤੇਰੀ ਮਸ਼ੀਨ ਸਹੀ ਆ, ਕੰਮ ਦਾ ਤੈਨੂੰ ਤਜਰਬਾ ਵਾ, ਤੇ ਫਿਰ ਤੇ ਬੋਰ ਸਹੀ ਹੋਏਗਾ। ਉਸ ਦੇ ਨਾਲ ਤੇਲ ਚੋਣ ਦੇ ਨਾਲ ਕਿਸੇ ਵੀ ਚੀਜ਼ ਦਾ ਸਹੀ ਹੋਣਾ ਜਾਂ ਖਰਾਬ ਹੋਣਾ ਉਸ ਦਾ ਕੋਈ ਵੀ ਸੰਬੰਧ ਨਹੀਂ। ਰਜਵੰਤ ਜੀ, ਤੁਹਾਡੀ ਤਰਕਸ਼ੀਲ ਸੁਸਾਇਟੀ ਜੋ ਪੁਨਰ ਜਨਮ ਨੂੰ ਕੋਈ ਵਿਸ਼ਵਾਸ ਕਰਦੀ, ਪੁਨਰ ਜਨਮ ਤੇ? ਅਸੀਂ ਕਹਿੰਦੇ ਹਾਂ ਕਿ ਪੁਨਰ ਜਨਮ ਬਿਲਕੁਲ ਕੋਰਾ ਝੂਠ ਵਾ, ਇਹ ਧੋਖਾ ਵਾ। ਤਰਕਸ਼ੀਲ ਸੁਸਾਇਟੀ ਦੇ ਵੱਲੋਂ ਜਿੰਨੇ ਵੀ ਅਸੀਂ ਕੇਸ ਹੱਲ ਕੀਤੇ, ਉਸ ਦੇ ਵਿੱਚ ਅਸੀਂ ਇਹ ਵੇਖਿਆ ਕਿ ਬੱਚੇ ਨੂੰ ਕੋਈ ਨਾ ਕੋਈ ਵਿਅਕਤੀ, ਘਰ ਦਾ ਮੈਂਬਰ ਕੋਈ ਗੱਲ ਸਿਖਾ ਰਿਹਾ ਹੁੰਦਾ ਵਾ। ਅਸਲ ਦੇ ਵਿੱਚ ਇੱਕ ਮਾਨਸਿਕ ਉਲਝਣ ਹੁੰਦੀ ਆ ਜਿਹੜੀ 5 ਸਾਲ ਤੋਂ ਲੈ ਕੇ 7-8 ਸਾਲ ਤੱਕ ਦੀ ਉਮਰ ਤੱਕ ਬੱਚਿਆਂ ਦੇ ਵਿੱਚ ਹੁੰਦੀ ਆ। ਬੱਚਿਆਂ ਨੂੰ ਜਿਉਂ ਇਹ ਲੱਗਦਾ ਵਾ ਕਿ ਉਸ ਦੇ ਮਾਤਾ ਪਿਤਾ ਨਹੀਂ ਗੇ। ਉਸ ਨੂੰ ਇਉਂ ਲੱਗਦਾ ਕਿ ਉਸ ਦੇ ਮਾਤਾ ਪਿਤਾ ਉਹਨਾਂ ਉਸ ਨੂੰ ਪਿਆਰ ਨਹੀਂ ਕਰਦੇ ਜਿੰਨਾ ਉਹ ਚਾਹੁੰਦਾ ਵਾ, ਤੇ ਉਹ ਫਰਸਟ੍ਰੇਸ਼ਨ ਉਸ ਦੇ ਵਿੱਚ ਆ ਜਾਂਦੀ ਆ। ਤੇ ਉਸ ਮਾਨਸਿਕ ਉਲਝਣ ਕਰਕੇ ਉਹ ਕਹਿੰਦਾ ਵਾ ਕਿ ਮੇਰਾ ਜਨਮ ਇੱਥੇ ਨਹੀਂ ਹੋਇਆ, ਮੇਰਾ ਕਿਤੇ ਹੋਰ ਜਨਮ ਹੋਇਆ, ਮੇਰੇ ਮਾਤਾ ਪਿਤਾ ਕੋਈ ਹੋਰ ਵਾ। ਫਿਰ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਲੱਭਦੇ ਕਿਸੇ ਪਿੰਡ ਦੇ ਵਿੱਚ ਟਿਕਾਣਾ ਜਿਹਾ ਬਣ ਜਾਂਦਾ। ਤੇ ਕਈ ਵਾਰ ਅਸੀਂ ਇਹ ਵੇਖਿਆ ਕਿ ਅਗਲੇ ਜਨਮ ਵਾਲੇ ਤੇ ਪਿਛਲੇ ਜਨਮ ਵਾਲਾ ਨਾਟਕ ਕਰਨ ਵਾਲੇ ਦੋਵੇਂ ਵਿਅਕਤੀ ਇੱਕ ਹੀ ਸਾਧ ਦੇ ਚੇਲੇ ਹੁੰਦੇ ਆ। ਅਤੇ ਇਹ ਵੀ ਵੇਖਿਆ ਕਿ ਉਸ ਬੱਚੇ ਦਾ ਜਨਮ ਜਿੱਥੇ ਕਿਹਾ ਕਿ ਪਿਛਲਾ ਜਨਮ ਇਹ ਸੀ, ਉਹ ਜਿਹੜਾ ਘਰ ਵਾ ਉਹ ਇਸ ਘਰ ਨਾਲੋਂ ਜਿਹੜਾ ਵਾ ਅਮੀਰ ਹੁੰਦਾ, ਤੇ ਉਹ ਵਿਅਕਤੀ ਇਹ ਚਾਹੁੰਦੇ ਆ ਕਿ ਉਸ ਘਰ ਦੀ ਜ਼ਮੀਨ ਤੇ ਜਾਇਦਾਦ ਨੂੰ ਹਥਿਆਇਆ ਜਾਵੇ। ਪੁਨਰ ਜਨਮ ਸੁਸਾਇਟੀ ਨੇ ਜਿੰਨੇ ਅੱਜ ਤੱਕ ਕੇਸ ਹੱਲ ਕੀਤੇ, ਉਸ ਵਿੱਚ ਇਹ ਸਿੱਟਾ ਨਿਕਲਿਆ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੁਨਰ ਜਨਮ ਨਹੀਂ ਹੁੰਦਾ। ਜਿਸ ਤਰ੍ਹਾਂ ਸਰ ਪਿੱਛੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਇੱਕ ਲੜਕੀ ਨੇ ਪੁਨਰ ਜਨਮ ਲਿਆ, ਉਹਨੇ ਨਵੇਂ ਘਰ ਵਿੱਚ ਆ ਕੇ ਸਾਰੀਆਂ ਚੀਜ਼ਾਂ ਦੱਸੀਆਂ ਕਿ ਮੇਰੀ ਘੜੀ ਉੱਥੇ ਪਈ ਆ, ਮੇਰੀਆਂ ਚੀਜ਼ਾਂ ਉੱਥੇ, ਮੇਰੇ ਖਿਡੌਣੇ ਉੱਥੇ ਪਏ ਆ। ਇਸ ਨੂੰ ਕਿੱਥੇ ਦੇ ਦਿਓ? ਇਸ ਵਿੱਚ ਵੀ ਅਸੀਂ ਜਦੋਂ ਸਾਡੇ ਤੋਂ ਪੁਨਰ ਜਨਮ ਦੇ ਕੇਸ ਆਉਂਦੇ ਆ, ਉਸ ਦੇ ਵਿੱਚ ਅਸੀਂ ਕੁਐਸਚਨ ਤਿਆਰ ਕੀਤੇ ਹੋਏ ਹੁੰਦੇ ਆ।
ਬੱਚੇ ਨੂੰ ਮੁੱਢਲੇ ਤੌਰ ਤੇ 2-3 ਸਵਾਲ ਜਿਹੜੇ ਆ ਦੱਸ ਦਿੱਤੇ ਜਾਂਦੇ ਆ, ਤੇ ਜਦੋਂ ਬੱਚੇ ਨੂੰ ਉਸ ਘਰ ਦੇ ਵਿੱਚ ਲਿਜਾਇਆ ਜਾਂਦਾ ਹੈਗਾ ਵਾ, ਘਰ ਦੇ ਮੈਂਬਰ ਆਪਣੇ ਆਪ ਹੀ ਗੱਲਾਂ ਦੱਸ ਦਿੰਦੇ ਆ। ਉਹ ਉਸੇ ਤਰ੍ਹਾਂ ਹੀ ਦੱਸਦੇ ਆ ਜਿਵੇਂ ਬਾਬਿਆਂ ਦੇ ਡੇਰਿਆਂ ਤੇ ਜਾਣ ਵਾਲੇ ਵਿਅਕਤੀ ਆਪਣੀ ਪ੍ਰੋਬਲਮਸ, ਆਪਣੀਆਂ ਗੱਲਾਂ ਸਾਰੀਆਂ ਹੀ ਦੱਸ ਦਿੰਦੇ ਆ। ਤਾਂ ਫਿਰ ਉਹ ਕਹਿੰਦੇ ਆ ਕਿ ਬਾਬੇ ਨੂੰ ਇਸ ਗੱਲ ਦਾ ਕਿਵੇਂ ਪਤਾ ਲੱਗ ਗਿਆ, ਇਹ ਗੱਲ ਤਾਂ ਮੈਂ ਕਿਸੇ ਨੂੰ ਦੱਸੀ ਹੀ ਨਹੀਂ। ਸੋ ਜਿਸ ਤਰ੍ਹਾਂ ਉਸ ਕੁੜੀ ਦੀ ਗੱਲ ਹੈਗੀ ਆ, ਇਹ ਬਿਲਕੁਲ ਗਲਤ ਗੱਲ ਹੈਗੀ ਆ। ਪੁਨਰ ਜਨਮ ਦੇ ਵਿੱਚ ਸੁਸਾਇਟੀ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਰੱਖਦੀ, ਕਿਉਂਕਿ ਇਹ ਗੱਲ ਅਸੀਂ ਆਪਣੇ ਤੌਰ ਤੇ ਨਹੀਂ ਕਹਿੰਦੇ, ਇਹ ਪਿਛਲੇ ਕੇਸਾਂ ਦੇ ਤਜਰਬੇ ਤੋਂ ਸਿੱਧ ਹੋਇਆ ਕਿ ਪੁਨਰ ਜਨਮ ਨਹੀਂ ਹੁੰਦਾ। ਧੰਨਵਾਦ ਜੀ। ਇਹ ਸਨ ਰਜਵੰਤ ਸਿੰਘ ਜੀ ਬਾਗੜੀਆਂ, ਜੋ ਕਿ ਤਰਸ ਸੁਸਾਇਟੀ ਦੇ ਮਾਝੇ ਦੇ ਪ੍ਰਧਾਨ ਨੇ। ਉਹਨਾਂ ਨੇ ਜੋ ਭੂਤਾਂ ਪ੍ਰੇਤਾਂ ਬਾਰੇ ਵੀ ਆਪ ਜੀ ਨੂੰ ਜਾਣੂ ਕਰਵਾਇਆ ਕਿ ਕੁਛ ਨਹੀਂ ਹੁੰਦਾ। ਆ ਸਭ ਮਾਨਸਿਕ ਤੌਰ ਤੇ ਲੋਕ ਪਰੇਸ਼ਾਨ ਹੋ ਕੇ ਪੰਡਤਾਂ ਦੇ, ਸਾਧੂਆਂ, ਡੇਰਿਆਂ ਧੋੜਿਆਂ ਤੇ ਖੱਜਲ ਖਵਾਰ ਹੁੰਦੇ ਨੇ। ਸਿੱਖ ਧਰਮ ਦੀ ਹਰ ਗਤੀਵਿਧੀ ਲਈ ਜਾਣਨ ਦੇ ਲਈ ਤੁਸੀਂ ਗੁਰਬਾਣੀ ਅਖੰਡ ਬਾਣੀ ਦੇ ਨਾਲ ਬਣੇ ਰਹੋ। ਮੈਂ ਹਰਪਿੰਦਰ ਸਿੰਘ ਸੰਸੋਆ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।